Jesus ਪਾਵਰ, Jesus ਪਾਵਰ। ਪ੍ਰਭੂ ਯਿਸੂ ਨਾਸੀ ਦੇ ਸ਼ਕਤੀਸ਼ਾਲੀ ਨਾਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਅਸੀਂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਸਿੱਖੀਏ ਔਰ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਤੋਂ ਪਹਿਲਾਂ ਪ੍ਰਭੂ ਦੀ ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰੀਏ, ਕਿਉਂਕਿ ਜਿੰਨਾ ਚਿਰ ਖੁਦਾ ਰੂਹ ਸਾਨੂੰ ਨਾ ਸਿਖਾਏ ਅਸੀਂ ਸਿੱਖ ਨਹੀਂ ਸਕਦੇ। ਸੋ ਆਓ ਖੁਦਾ ਦੀ ਹਜ਼ੂਰੀ 'ਚ ਪ੍ਰਾਰਥਨਾ ਕਰੀਏ, ਆਪਣੇ ਆਪ ਨੂੰ ਝੁਕਾਈਏ, ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਦੁਆ ਕਰੀਏ। ਸਾਮਰਥੀ 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 ਪਰਮੇਸ਼ਵਰ, ਸਾਡੇ ਉਦਾਰਕਰਤਾ ਪ੍ਰਭੂ ਯਿਸੂ ਨਾਸੀ ਦੇ ਜਿੰਦਾ ਨਾਮ ਵਿੱਚ ਤੇਰੀ ਹਜ਼ੂਰੀ ਵਿੱਚ ਝੁਕਦੇ ਹਾਂ। ਇਕਰਾਰ ਕਰਦੇ ਹਾਂ ਤੂੰ ਹੀ ਸੱਚਾ ਜ਼ਿੰਦਾ ਤੇ ਵਾਹਿਦ ਪਰਮੇਸ਼ਵਰ ਆ। ਇਕਰਾਰ ਕਰਦੇ ਹਾਂ ਤੂੰ ਹੀ ਮਹਿਮਾ ਦਾ ਬਾਦਸ਼ਾਹ ਆ ਪ੍ਰਭੂ। ਔਰ ਖੁਦਾਵੰਦ ਬੁੱਧ ਔਰ ਗਿਆਨ ਦੇ ਸਾਰੇ ਖਜ਼ਾਨੇ ਤੇਰੇ ਵਿੱਚ ਆ ਔਰ ਤੂੰ ਜਿਹਨੂੰ ਚਾਹੇ ਦਿੰਦਾ ਹੈ। ਪ੍ਰਭੂ ਤੇਰਾ ਵਾਅਦਾ ਪੂਰਾ ਕਰ। ਤੁਸੀਂ ਕਿਹਾ ਮੇਰਾ ਆਤਮਾ ਆਊਗਾ, ਉਹ ਤੁਹਾਨੂੰ ਸਿਖਾਊਗਾ। ਪ੍ਰਭੂ ਤੇਰਾ ਆਤਮਾ ਸਭ ਨੂੰ ਸਿਖਾਵੇ ਪ੍ਰਭੂ ਜੀ। ਤੇਰਾ ਆਤਮਾ ਗੱਲਾਂ ਕਰੇ ਪਰਮੇਸ਼ਵਰ, ਤੇਰਾ ਆਤਮਾ ਸਮਝਾਵੇ ਪਰਮੇਸ਼ਵਰ। ਸਾਰਾ ਭਵਿੱਖ ਉਜਵਲ ਮੁਬਾਰਕ ਹੋਵੇ ਪ੍ਰਭੂ। ਤੇਰੇ ਵੱਲੋਂ ਜਲਾਲੀ ਜੀਵਨ ਦੀ ਆਸ਼ੀਸ਼ ਹੋਵੇ, ਬਲੈਸਡ ਲਾਈਫ, ਹੀਲਿੰਗਫੁਲ ਫਿਊਚਰ ਹੋਵੇ। ਜਲਾਲ ਹੋਵੇ, 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 ਜਲਾਲ ਹੋਵੇ। ਇਹ ਸਾਰੀਆਂ ਦੁਆ ਬੇਨਤੀਆਂ ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਧੰਨਵਾਦ ਸਹਿਤ ਮੰਗਦੇ ਹਾਂ। ਆਮੀਨ ਆਮੀਨ। ਜੈ ਮਸੀਹ ਦੀ ਸਾਰੇ ਭੈਣ ਭਾਈਆਂ ਨੂੰ। ਆਓ ਅਸੀਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਪ੍ਰਭੂ ਦੇ ਵਚਨਾਂ ਨੂੰ ਸਿੱਖਦੇ ਹਾਂ। ਅੱਜ ਅਸੀਂ ਇਸ ਵਿਸ਼ੇ 'ਤੇ ਕੁਝ ਸਮਾਂ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਸਿੱਖਿਆ ਪ੍ਰਾਪਤ ਕਰਾਂਗੇ ਕਿ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਜਦੋਂ ਅਸੀਂ ਮਸੀਹੀ ਬਣਦੇ ਹਾਂ, ਸਾਨੂੰ ਮਸੀਹ ਵਿੱਚ ਇੱਕ ਹਲੀਮੀ ਵਾਲਾ ਔਰ ਇੱਕ ਆਮ ਵਿਅਕਤੀ ਵਾਲਾ ਜੀਵਨ ਜੀਣਾ ਚਾਹੀਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਇਸ ਦੁਨੀਆ ਦੇ ਵਿੱਚ ਆਉਣ ਦਾ ਇਹੀ ਮਨੋਰਥ ਆ। ਇਸ ਦੁਨੀਆ ਦੇ ਵਿੱਚ ਜੇਕਰ ਅਸੀਂ ਮਸੀਹੀ ਹਾਂ ਤਾਂ ਸਿਰਫ ਯਿਸੂ ਮਸੀਹ ਦੇ ਅਨੁਗ੍ਰਹਿ ਨਾਲ ਆ, ਧਰਮੀ ਉਹਦੇ ਅਨੁਗ੍ਰਹਿ ਨਾਲ ਆ। ਜੇ ਸਾਡੇ ਕੋਲ ਆਤਮਿਕ ਦਾਤਾਂ ਆ ਤਾਂ ਉਹਦੇ ਅਨੁਗ੍ਰਹਿ ਦੇ ਨਾਲ ਆ। ਜੇ ਸਾਡੇ ਕੋਲ ਇਸ ਦੁਨੀਆ ਵਿੱਚ ਰੈਪੂਟੇਸ਼ਨ ਆ ਔਰ ਪ੍ਰੈਸਟੀਜ ਆ, ਇਹ ਉਹਦੀ ਕਿਰਪਾ ਦੇ ਨਾਲ, ਉਹਦੇ ਅਨੁਗ੍ਰਹਿ ਦੇ ਨਾਲ ਆ। ਉਸ ਤੋਂ ਬਿਨਾਂ ਅਸੀਂ ਕੁਛ ਨਹੀਂ ਹੈਗੇ, ਉਸ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹੈਗੇ। ਪਰ ਅੱਜ ਅਸੀਂ ਇਸ ਸਮੇਂ ਦੇ ਵਿੱਚ ਕੁਝ ਸਮਾਂ ਪ੍ਰਭੂ ਦੇ ਵਚਨਾਂ ਨੂੰ ਸਿੱਖਾਂਗੇ ਕਿ ਪ੍ਰਭੂ ਸਾਨੂੰ ਜੋ ਮਰਜ਼ੀ ਬਣਾ ਦੇਵੇ, ਪਰ ਅਸੀਂ ਆਮ ਮਨੁੱਖ ਬਣ ਕੇ ਹੀ ਰਹਿਣਾ, ਅਸੀਂ ਆਮ ਆਦਮੀ ਬਣ ਕੇ ਰਹਿਣਾ। ਇਹ ਬੜੀ ਜ਼ਰੂਰੀ ਗੱਲ ਆ, ਪ੍ਰਭੂ ਦੇ ਵਚਨ 'ਚ ਅਸੀਂ ਸਿੱਖਾਂਗੇ। ਅਸੀਂ ਜਦੋਂ ਪ੍ਰਭੂ ਦੇ ਵਚਨ ਨੂੰ ਮੱਤੀ ਦੀ ਇੰਜੀਲ ਦੇ 20ਵੇਂ ਅਧਿਆਏ ਨੂੰ ਪੜ੍ਹਦੇ ਹਾਂ, ਮੱਤੀ ਇੰਜੀਲ ਉਸ ਦਾ 20 ਅਧਿਆਏ, ਉਸ ਦਾ 20ਵਾਂ ਵਚਨ ਜਦੋਂ ਅਸੀਂ ਪੜ੍ਹਦੇ ਹਾਂ, ਇੱਥੇ ਵਚਨ ਦੱਸਦਾ ਹੈ ਕਿ ਜਬਦੀ ਦੇ ਪੁੱਤਰਾਂ ਦੀ ਮਾਤਾ ਜੋ ਹੈ, ਉਹ ਯਕੂਬ ਔਰ ਯਹੂਨਾ ਦੀ ਮਾਤਾ ਜੋ ਹੈ, ਪ੍ਰਭੂ ਯਿਸੂ ਮਸੀਹ ਦੇ ਕੋਲ ਆਈ ਅਤੇ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਝੁਕ ਕੇ ਪ੍ਰਣਾਮ ਕੀਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਉਹਨੇ ਬੇਨਤੀ ਕੀਤੀ। ਬੇਨਤੀ ਉਹਨੇ ਕੀ ਕੀਤੀ? ਜਦੋਂ ਉਹਨੇ ਬੇਨਤੀ ਕੀਤੀ, ਉਹਨੇ ਬੇਨਤੀ ਇਹ ਕੀਤੀ, 21 ਵਚਨ ਦੱਸਦਾ ਹੈ, ਸੋ ਉਸਨੇ ਉਹਨੂੰ ਆਖਿਆ ਤੂੰ ਕੀ ਚਾਹੁੰਦੀ ਹੈ? ਉਹਨੇ ਉਸ ਨੂੰ ਕਿਹਾ ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ, ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ। ਇਹ ਗੱਲ ਜਿਹੜੀ ਆ, ਇਸ ਮਾਂ ਨੇ ਆਪਣੇ ਬੇਟਿਆਂ ਦੇ ਲਈ ਯਿਸੂ ਮਸੀਹ ਦੇ ਅੱਗੇ ਦਰਖਾਸਤ ਦੇ ਤੌਰ 'ਤੇ ਰੱਖੀ। ਜਦੋਂ ਦਰਖਾਸਤ ਦੇ ਤੌਰ 'ਤੇ ਗੱਲ ਇਸ ਮਾਂ ਨੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਰੱਖੀ ਹੈ, ਇਹਦੇ ਵਿਚਲੀ ਗੱਲ ਕੀ ਹੈ? ਇਹਦੇ ਵਿਚਲੀ ਗੱਲ ਕੀ ਹੈ? ਇਹਦੇ ਨਾਲ ਸਰ ਡਿਸਟਰਬੈਂਸ ਹੋ ਗਈ ਸਾਰੀ। ਇਹ ਚੀਜ਼ ਨਾਲ ਸਭ ਕੁਝ ਡਿਸਟਰਬ ਹੋ ਗਿਆ। ਜਦੋਂ ਹੁਣ ਬਾਕੀ ਵੀ ਚੇਲੇ ਆ, ਬਾਕੀ ਵੀ 10 ਚੇਲੇ ਹੈਗੇ, ਇਹ ਕੁਰਬਾਨੀ ਹੈ ਇਸ ਮਾਂ ਦੀ ਕਿ ਇਹਦੇ 2 ਮੁੰਡੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਬਣ ਚੁੱਕੇ ਆ, ਚੇਲੇ ਬਣ ਚੁੱਕੇ ਆ। ਇਹ ਕੁਰਬਾਨੀ ਹੈ ਇਸ ਮਾਂ ਦੀ। ਵੱਡੀ ਗੱਲ ਆ, ਨੋਰਮਲ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਆ। ਪਰ ਗੱਲ ਇਹ ਆ ਜਿਹੜੀ ਉਹ ਡਿਮਾਂਡ ਕਰ ਰਹੀ ਹੈ, ਜਿਹੜੀ ਉਹ ਡਿਮਾਂਡ ਕਰ ਰਹੀ ਹੈ, ਇਹ ਕਰ ਰਹੀ ਹੈ ਕਿ ਮੇਰੇ ਜਿਹੜੇ ਪੁੱਤਰ ਆ ਬਾਕੀ 10 ਨਾਲੋਂ ਤੇਰੇ ਅੱਗੇ ਉੱਚੇ ਹੋਣੇ ਚਾਹੀਦੇ। ਬਾਕੀ 10 ਨਾਲੋਂ ਜਿਹੜੇ ਮੇਰੇ ਦੋਨੇ ਪੁੱਤਰ ਆ ਉਹ ਤੇਰੇ ਅੱਗੇ ਉੱਚੇ ਹੋਣੇ ਚਾਹੀਦੇ। ਇਹ ਉਹਦੀ ਡਿਮਾਂਡ ਆ। ਔਰ ਜਦੋਂ ਯਿਸੂ ਮਸੀਹ ਨੇ ਉਹਨੂੰ ਕਿਹਾ, ਉਹ ਕਹਿੰਦਾ ਜਿਹੜਾ ਪਿਆਲਾ ਮੈਂ ਪੀਣ ਨੂੰ ਇਹ ਪੀ ਸਕਦੇ? ਉਹ ਕਹਿੰਦੇ ਹਾਂ ਹਾਂ, ਉਹ ਪਿਆਲਾ ਪੀਣ ਨੂੰ ਤਿਆਰ ਆ। ਪਰ ਜਦੋਂ 10 ਨੇ ਸੁਣਿਆ, 24 ਵਚਨ ਦੱਸਦਾ, ਜਿਹੜਾ 10 ਨੇ ਸੁਣਿਆ ਤਾਂ ਦੋਹਾਂ ਭਰਾਵਾਂ ਉੱਤੇ ਖਿਝ ਗਏ। ਦੋਹਾਂ ਭਰਾਵਾਂ ਉੱਤੇ ਖਿਝ ਗਏ। 10 ਦੇ ਅੰਦਰ ਖਿਝ ਆ ਗਈ। ਅੱਜ ਗੜਬੜੀ ਕਿੱਥੇ? ਗੜਬੜੀ ਇਹ ਹੈ ਕਿ ਕਈ ਮੰਗਾਂ, ਕਈ ਪ੍ਰਕਾਰ ਦੇ ਵਿਵਹਾਰ ਇੱਦਾਂ ਦੇ ਆ ਜਿਹੜੇ ਕਲੀਸਿਆ ਦੇ ਵਿੱਚ, ਸੰਗਤ ਦੇ ਵਿੱਚ ਖਿਝ ਪੈਦਾ ਕਰਦੇ। ਪ੍ਰਭੂ ਦੇ ਅੰਗ ਆ ਅਸੀਂ ਸਾਰੇ, ਸਾਰੇ ਪ੍ਰਭੂ ਲਈ ਪਿਆਰੇ ਔਰ ਨਿਆਰੇ ਆ, ਸਾਰੇ ਪ੍ਰਭੂ ਲਈ ਮਹੱਤਵਪੂਰਨ ਆ। ਪਰ ਜੇ ਕੋਈ ਕਵੇ ਕਿ ਮੈਂ ਬਾਕੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਬਣ ਕੇ ਰਹਿਣਾ, ਤਾਂ ਇਹ ਗੱਲ ਪ੍ਰਭੂ ਨੂੰ ਪਸੰਦ ਨਹੀਂ ਹੈ।
ਇੱਥੇ ਹੁਣ ਸਾਰੇ ਡਿਸਟਰਬ ਹੋ ਗਏ। ਜਦੋਂ ਡਿਸਟਰਬ ਹੋ ਗਏ 10 ਜਿਹੜੇ ਉਹ ਖਿੱਚ ਗਏ, ਉਹ 2 ਉੱਤੇ ਖਿੱਚ ਗਏ ਕਿ ਉਹ ਹੁਣ ਸਾਡੇ ਨਾਲੋਂ ਵੱਡਾ ਬਣਨਾ ਚਾਹੁੰਦੇ ਆ। ਜਦੋਂ ਖਿੱਚ ਗਏ, ਉਹਨਾਂ ਨੂੰ ਖਿੱਚ ਆ ਗਈ, ਤਾਂ ਉਸ ਵਕਤ ਯੀਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ 25 ਵਚਨ ਤੋਂ ਕਿਹਾ, ਤਾਂ ਯੀਸ਼ੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਹਨਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ, ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ। ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ, ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਆਮੀਨ। ਇੱਥੇ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਜਿਹੜੇ ਪਰਮੇਸ਼ਰ ਤੋਂ ਦੂਰ ਲੋਕ ਜਿਹੜੇ ਸਰਦਾਰ ਬਣਦੇ ਆ, ਵੱਡੇ ਬਣਦੇ ਆ, ਉਹ ਛੋਟਿਆਂ ਉੱਤੇ ਧੌਂਸ ਜਮਾਉਂਦੇ ਆ, ਛੋਟਿਆਂ ਉੱਤੇ ਰੋਹਬ ਪਾਉਂਦੇ ਆ, ਪਰ ਤੁਸੀਂ ਇੱਦਾਂ ਦੇ ਨਹੀਂ ਬਣਨਾ, ਤੁਸੀਂ ਇੱਦਾਂ ਦੇ ਨਹੀਂ ਬਣਨਾ ਹੈ। ਹੁਣ ਪ੍ਰਭੂ ਕਹਿੰਦਾ ਜਿਹੜਾ ਵੱਡਾ ਹੋਣਾ ਚਾਹੁੰਦਾ, ਸਰਦਾਰ ਬਣਨਾ ਚਾਹੁੰਦਾ, ਉਹ ਨੌਕਰ ਬਣੇ, ਟਹਿਲੂਆ ਬਣੇ। ਪ੍ਰਭੂ ਯੀਸ਼ੂ ਮਸੀਹ ਨੇ ਇੱਕ ਬੜਾ ਵਧੀਆ ਫਾਰਮੂਲਾ ਦਿੱਤਾ ਹੈ। ਇਹ ਫਾਰਮੂਲਾ ਜਿਹੜਾ ਇਹਨੂੰ ਠੀਕ ਸਮਝਣ ਦੀ ਜ਼ਰੂਰਤ ਹੈ। ਕਲੀਸਿਆ ਵਿੱਚ ਜਦ ਤੱਕ ਇਹ ਫਾਰਮੂਲਾ ਨਹੀਂ ਸਮਝ ਆਉਂਦਾ ਕਲੀਸਿਆ ਨੂੰ, ਤਦ ਤੱਕ ਅਸੀਂ ਕਲੀਸਿਆ ਵਿੱਚ ਇੱਕ ਨਹੀਂ ਹੋ ਸਕਦੇ। ਇੱਕ ਬੰਦਾ ਕਹਿੰਦਾ ਮੈਂ ਵੀ ਉੱਚਾ ਹੋਣਾ, ਇੱਕ ਬੰਦਾ ਕਹਿੰਦਾ ਮੈਨੂੰ ਨਹੀਂ ਉੱਚਾ ਕਰਦੇ, ਇੱਕ ਬੰਦਾ ਕਹਿੰਦਾ ਮੈਨੂੰ ਨਹੀਂ ਉੱਚਾ ਕਰਦੇ, ਇੱਕ ਬੰਦਾ ਕਹਿੰਦਾ ਮੈਨੂੰ ਨਹੀਂ ਤਾਂ ਕਰਦੇ। ਇਹ ਪ੍ਰੋਬਲਮ ਜਿਹੜੀ ਅੱਜ ਹੈ। ਤੇ ਜੇ ਲਾ ਪਾ ਕੇ ਕਿਸੇ ਨੂੰ ਉੱਚਾ ਕਰ ਵੀ ਦਿਓ, ਬਾਕੀ ਕਹਿੰਦੇ ਇਹਨੂੰ ਉੱਚਾ ਕਰਦਾ, ਮੈਨੂੰ ਕੀਤਾ ਨਹੀਂ। ਹੁਣ ਜਿਹੜੀ ਗੱਲ ਕੀ ਹੈਗੀ ਆ, ਗੱਲ ਇਹ ਜਿਹੜੀ ਸਮੱਸਿਆ ਕਿਤੇ ਆ, ਇਹ ਸਮੱਸਿਆ ਯੀਸ਼ੂ ਮਸੀਹ ਦੇ ਟਾਈਮ 'ਤੇ ਯੀਸ਼ੂ ਮਸੀਹ ਦੇ ਸਾਹਮਣੇ ਆ ਗਈ ਕਿ 2 ਜਣਿਆਂ ਲਈ ਡਿਮਾਂਡ ਹੋ ਗਈ, ਸਿਫਾਰਿਸ਼ ਹੋ ਗਈ ਕਿ ਇਹਨਾਂ ਨੂੰ ਉੱਚੇ ਕਰੋ, ਵੱਡੇ ਕਰੋ, ਤੇ 10 ਉਹਨਾਂ ਉੱਤੇ ਖਿੱਚ ਗਏ। ਹੁਣ ਆਹ ਜਿਹੜੀ ਗੱਲ ਹੈ, ਪ੍ਰਭੂ ਯੀਸ਼ੂ ਨੇ ਉਹਨਾਂ ਨੂੰ ਕੀ ਕਿਹਾ? ਪ੍ਰਭੂ ਯੀਸ਼ੂ ਨੇ ਉਹਨਾਂ ਨੂੰ ਕਿਹਾ, ਇਹ ਤਰੀਕਾ ਇੱਥੇ ਕਲੀਸਿਆ ਵਿੱਚ ਦੁਨੀਆ ਵਾਲਾ, ਸੰਸਾਰ ਵਾਲਾ ਨਹੀਂ ਚੱਲਣਾ। ਕਲੀਸਿਆ ਵਿੱਚ ਕਿਹੜਾ ਤਰੀਕਾ ਚੱਲਣਾ? ਕਲੀਸਿਆ ਵਿੱਚ ਤਰੀਕਾ ਚੱਲਣਾ ਇਹ ਕਿ ਜਿਹੜਾ ਸਰਦਾਰ ਬਣਨਾ ਚਾਹੁੰਦਾ ਉਹ ਨੌਕਰ ਬਣੂਗਾ, ਟਹਿਲੂਆ ਬਣੂਗਾ। ਪਰ ਯੀਸ਼ੂ ਮਸੀਹ ਨੇ ਆਪਣੀ ਉਦਾਹਰਣ ਦਿੱਤੀ। ਯੀਸ਼ੂ ਮਸੀਹ ਨੇ ਕਿਸੇ ਦੀ ਉਦਾਹਰਣ ਨਹੀਂ ਦਿੱਤੀ, ਯੀਸ਼ੂ ਮਸੀਹ ਨੇ ਆਪਣੀ ਉਦਾਹਰਣ ਦਿੱਤੀ। ਅੱਜ ਸਾਡੇ ਲਈ ਚੈਲੰਜ ਆ, ਅਗਰ ਅਸੀਂ ਕਿਸੇ ਨੂੰ ਹਲੀਮੀ ਸਿਖਾਉਣੀ ਆ ਤੇ ਕੀ ਅਸੀਂ ਆਪਣੀ ਉਦਾਹਰਣ ਦੇ ਸਕਦੇ? ਕੀ ਅਸੀਂ ਨਰਮਾਈ ਸਿਖਾਉਣੀ ਦੂਸਰੇ ਨੂੰ, ਨੀਵਾਂਪਨ ਸਿਖਾਉਣਾ, ਅਸੀਂ ਆਪਣੀ ਉਦਾਹਰਣ ਦੇ ਸਕਦੇ? ਇਹ ਸਾਡੇ ਲਈ ਸਵਾਲ ਹੈ ਇੱਕ। ਯੀਸ਼ੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਕਿਹਾ, ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ, ਸਗੋਂ ਟਹਿਲ ਕਰਨ ਅਤੇ ਬਹੁਤਿਆਂ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣਾ ਹੈ। ਇਹ ਬੜਾ ਸਾਫ਼ ਭਾਸ਼ਾ ਵਿੱਚ ਉੱਤਰ ਹੈ। ਐਗਜ਼ੈਂਪਲ ਪ੍ਰਭੂ ਯੀਸ਼ੂ ਮਸੀਹ ਹੈ। ਜਿਹੜੀ ਐਗਜ਼ੈਂਪਲ ਹੈਗੀ ਹੈ, ਐਗਜ਼ੈਂਪਲ ਕੋਈ ਹੋਰ ਵਿਅਕਤੀ ਨਹੀਂ, ਐਗਜ਼ੈਂਪਲ ਖੁਦ ਯੀਸ਼ੂ ਮਸੀਹ ਆ। ਉਹ ਇਹ ਕਹਿੰਦਾ ਕਿ ਮੈਂ ਇਸ ਜ਼ਮੀਨ ਦੇ ਉੱਤੇ ਸੇਵਾ ਕਰਾਉਣ ਨਹੀਂ ਆਇਆ, ਸੇਵਾ ਕਰਨ ਆਇਆ, ਅਤੇ ਬਹੁਤਿਆਂ ਦੇ ਥਾਂ ਮੁਕਤੀ ਦਾ, ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਇੱਦਾਂ ਕੀਤੀ, ਉਹਨੇ ਇੱਦਾਂ ਕੀਤੀ। ਔਰ ਇਸ ਗੱਲ ਦੀ ਗਵਾਹੀ ਫਿਲਿੱਪੀਆਂ ਦੀ ਕਿਤਾਬ ਦੇ ਵਿੱਚ ਪੌਲਸ ਦੇ ਰਿਹਾ। ਇਸ ਗੱਲ ਦੀ ਗਵਾਹੀ ਫਿਲਿੱਪੀਆਂ ਦੀ ਕਿਤਾਬ ਵਿੱਚ ਪੌਲਸ ਦੇ ਰਿਹਾ। ਜਦੋਂ ਫਿਲਿੱਪੀਆਂ ਦੀ ਕਿਤਾਬ ਦਾ 2 ਅਧਿਆਇ ਪੌਲਸ ਨੇ ਲਿਖਿਆ, ਫਿਲਿੱਪੀਆਂ ਨੂੰ ਜਦੋਂ ਉਹਨੇ ਪੱਤਰ ਲਿਖਿਆ, ਫਿਲਿੱਪੀਆਂ ਦੇ ਲੋਕਾਂ ਨੂੰ ਕੁਛ ਉਹਨੇ ਸਮਝਾਉਣਾ ਸੀ ਪ੍ਰਭੂ ਦੇ ਸੁਭਾਅ ਦੇ ਬਾਰੇ, ਤੇ ਉਹਨੇ ਉਹਨਾਂ ਨੂੰ ਪੱਤਰ ਲਿਖਿਆ ਤੇ ਉਹਨੇ ਉਹਨਾਂ ਨੂੰ ਇਹ ਗੱਲ ਸਮਝਾਈ। 2 ਅਧਿਆਇ ਫਿਲਿੱਪੀਆਂ ਦੀ ਕਿਤਾਬ 2 ਅਧਿਆਇ 6ਵੇਂ 7ਵੇਂ ਵਚਨ ਇੱਦਾਂ ਲਿਖਿਆ ਕਿ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁੱਲ ਹੋਣਾ, ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ, ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਉਹਨੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਔਰ ਅਗਲੀ ਗੱਲ ਇਹ ਹੈ ਕਿ ਉਸਨੂੰ ਉਹ ਉਪਾਧੀ ਦਿੱਤੀ ਗਈ ਜਿਹੜੀ ਸਾਰੀਆਂ ਉਪਾਧੀਆਂ ਤੋਂ ਉੱਚੀ ਹੈ। ਉਹ ਨਾਮ ਦਿੱਤਾ ਜਿਹੜਾ ਸਾਰੇ ਨਾਮਾਂ ਤੋਂ ਉੱਚਾ ਹੈ ਕਿ ਉਹਦੇ ਅੱਗੇ ਹਰ ਘੁਟਨਾ ਝੁਕੇਗਾ, ਚਾਹੇ ਅਸਮਾਨ ਦੇ ਹੋਣ, ਚਾਹੇ ਜ਼ਮੀਨ ਦੇ ਹੋਣ, ਚਾਹੇ ਪਤਾਲ ਦੇ ਹੋਣ, ਸਾਰੇ ਘੁਟਨੇ ਉਹਦੇ ਅੱਗੇ ਝੁਕ ਜਾਊਗੇ। ਪਰ ਉਸ ਤੋਂ ਪਹਿਲਾਂ ਕੀ ਹੋਇਆ? ਉਸ ਤੋਂ ਪਹਿਲਾਂ ਇਹ ਹੋਇਆ ਕਿ ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ ਔਰ ਖਾਲੀ ਕੀਤਾ ਔਰ ਦਾਸ ਬਣਿਆ, ਨੌਕਰ ਬਣਿਆ। ਕਦ ਤੱਕ ਬਣਿਆ? ਜਦ ਤੱਕ ਜ਼ਮੀਨ ਤੇ ਰਿਹਾ। ਸਾਡਾ ਜ਼ਮੀਨੀ ਜੀਵਨ, ਜਦ ਤੱਕ ਵੀ ਅਸੀਂ ਜ਼ਮੀਨ ਤੇ ਰਹਿਣਾ,
एक नौकर वाला रहना चाहिए, एक कामे वाला रहना चाहिए। ये गल कलीसिया दे हर मैंबर ते फिट होंदी। ये कली गल सेवकां लई नहीं हैगी, पासवानां लई नहीं हैगी, कलीसिया दे हर मैंबर लई है। कलीसिया का हर मैंबर अगर घर च इदां दा व्यवहार करना शुरू कर दे, कामे वाला, कामा मतलब नौकर। यीशु मसीह दे लिए दास शब्द लिखा, दास नौकर। और उत्थे यीशु मसीह अपनी भाषा में कह रहा कि मैं सेवा करना आया, सेवादार बन के आया। और यीशु मसीह ने प्रैक्टिकल किया। जो यूहन्ना इंजील 13 अध्याय में कम सूत ही नहीं आ रहा, सारे बड़े छोटे चक्कर अजे ही पै हुए आ। यीशु मसीह ने उच्ची जगह पर बिठा के आप नीवी जगह पर बैठ के अपने शागिर्दां दे पैर धोते पानी नाल। तो यीशु मसीह ने उन्होंने कहा, जे मैं गुरु अते प्रभु हो के तुहाडे पैर धोते है तो तुहानूं किन्ना वधीक नीवा होना चाहिए। हुण इह जिहड़ी गल दा मतलब की है, यीशु कहंदा तुसीं मैनूं गुरु अते प्रभु कहंदे, मैं हैगा, पर जे मैं गुरु अते प्रभु हो के तुहाडे पैर धो सकदा हां तो तुहानूं किन्ना नीवा होना चाहिए। अज पैर धोते जा रहे, कलीसिया पैर धोण दीयां रस्मां कीतीआं जा रहीआं। की ये रस्म है? पैर धोना एक रस्म नहीं हैगी, नॉट अ ट्रेडिशन। ये अंदरली हलीमी। पैर धोण तो बाद फिर बंदा घमंडी है, पैर धोण तो बाद फिर वही स्वाभिमानी और अहंकारी है, पैर धोण तो बाद फिर दूसरिਆਂ ਦੇ गल नूं पैण नूं फिरदा। हलीमी तो है ही नहीं। पैर धोण नूं तुसीं की मनदे? यीशु ने जे पैर धोते है ना, उन्हें उन्होंने ये दस्या कि मैं तुहाडे अगे हलीम हाँ, हंबल हाँ, सेवादार हाँ तुहाडा। ते अज सेवादार कित्थे? कल्ला पैर धोण तक। पैर धोना एक रस्म बना ली गई। असी मसीह लोगों ने बहुत सारी रस्मां बना लियां। यीशु मसीह जो आए वो बहुत सारे रस्मां के खिलाफ बोले, बहुत सारी रस्मां का उन्हें खंडन किया, बहुत सारी रस्मां का अवहेलना की। बहुत सारिया रस्मां की जो यीशु मसीह ने बहुत सारी रस्मां की अवहेलना ही करती, तोड़ ही दित्तियां वो रस्मां, तो ऑब्जेक्शन होया, उन्होंने काफर कहा गया, ये तो यहूदी धर्म के खिलाफ आ। ये गल बड़ी साफ तौर पर है, ये गल बड़ी साफ तौर पर यीशु मसीह ने सारिਆਂ ਦੇ सामने सब्बत के दिन की अवहेलना की, जबकि यहूदियों का बेस पॉइंट सी सब्बत। हुण जिहड़ी गल की है, अज असीं कलीसिया च बड़ियां रस्मां बना लईआं, वो रस्मां ही रह गईआं, विचली गल जिहड़ी सी वो तो है ही नहीं, गल तो है ही नहीं। पैर धोण वाला बंदा जिहड़ा वो हलीम ही नहीं हैगा, वो च नरमाई ही नहीं हैगी, वो किसी दे अगे झुकण नूं तैयार नहीं हैगा, किसी नूं उच्चा मनण नूं तैयार नहीं हैगा, अपने आप नूं सब कुछ मनदा। ये की फायदा होया? यीशु मसीह जब तक शरीर च रहे तब तक हलीमी दिखाई। अज बड़ी साफ गल ये है, अज गल बड़ी साफ ये है कि ये ठीक इदां ही है, ये ठीक इदां ही आ कि जो प्रभु यीशु मसीह इस दुनिया के विच काम कर रहे थे, जिहड़ी यूहन्ना इंजील का 5वां अध्याय एक बारी खोलांगे, यूहन्ना दी इंजील उसका 5वां अध्याय। इत्थे जिहड़ा बेजदा रोगी है, जिहड़ा 38 साल तो पीड़ित सीगा, वो चंगा हो गया। बेजदा रोगी चंगा हो गया। जो चंगा हो गया तो अपने राह चल गया, यीशु मसीह अपने राह चल गए। जो चंगा हो गया तो उस तो बाद लोगों ने पूछा, कहते तेनों किहने चंगा किया? पहला उन्होंने पता नहीं सीगा, पर बाद जो मिलाप होया तो फिर उन्होंने पता लगा मैनू यीशु ने चंगा किया। ये जिहड़ी गल आ, ये गल यीशु मसीह ने उन्होंने कही, हुण तू पाप फिर पाप ना करी। हुण जिहड़ी अगली गल आ, अगली गल जिहड़ी हैगी आ, लोगों ने यीशु मसीह तो सवाल करने शुरू करते। यीशु मसीह वाल अट्रैक्ट हो गए सारे यीशु मसीह वाल इदां हैरानी नाल देखण लग गए भी लै भी बड़ा ही जबरदस्त है, बड़ा ही जबरदस्त है, बड़ा ही जबरदस्त है, इदां देखण लग गए। तो यीशु मसीह ने इस अध्याय दे विच बेसदा रोगी चंगा करन तो बाद यीशु मसीह ने एक लंबा व्याख्यान दिता। मैं इहनूं व्याख्यान नहीं कहूँगा, इहनूं स्पष्टीकरण कहूँगा। यीशु मसीह एक स्पष्टीकरण दे रहे। स्पष्टीकरण की दे रहे? स्पष्टीकरण ये दे रहे हैं कि मेरा पिता काम कर रहा। स्पष्टीकरण ये दे रहे हैं कि मेरा पिता काम कर रहा। अज असीं पता की करते, जो साडी प्रेयर नाल एक बंदा चंगा हुंदा, असीं सारी दुनिया नूं दसना चाहुंदे आ कि मेरी प्रार्थना नाल बीमार बंदा चंगा हो गया। असीं वाह लेना चाहुंदे। लोग कहण इहदी प्रार्थना नाल चंगा होया, बड़ा फेमस आ, बड़ा जबरदस्त आ, ग्रेट है, ग्रेट।
महान व्यक्ति है परमेश्वर का है। यही सुनना चाहते, और की सुनना तुसीं? यही सुनना चाहते। पर यीशु मसीह इत्थे स्पष्टीकरण देण दिया। जिहड़ा स्पष्टीकरण देण दिया 17 वचन च कहंदा, यीशु ने उन्होंने उत्तर दिता, मेरा पिता हुण तक काम करदा है ते मैं भी काम करदा। ये जिहड़ी गल है, बड़ी साफ रूप में प्रभु ने कहा मेरा पिता काम कर रहा और मैं उहदे नाल काम ते लग्या होया। और जिहड़ी 19 वचन है, 19 वचन यीशु मसीह ने यह कहा, और परंतु यीशु ने उन्होंने उत्तर दिता, उन्होंने उत्तर दिता, मैं तुहानूं सच सच आखदा हां कि पुत्र आप तो कुछ नहीं कर सकता, पर जो कुछ वो पिता नूं करदिआं वेखदा है, क्योंकि जो काम वो करदा है सो पुत्र भी उवें ही करदा है। और अगली गल यह है, पिता तो पुत्र नाल तय करदा है अते जो काम वो आप करदा है सो सब उसनूं विखालदा है अते ये इन्हां नालों वड्डे काम उसनूं विखाएगा भई तुसीं अचरज होवो। प्रभु की स्तुति होवे। अगे मुर्दे जवान की भी गल की गई। हुण गल की है, गल सानूं अपनी पॉइंट की समझण की लोड़ है। गल की है, यीशु मसीह ने इस अधरंगी इस 38 साल तो बीमार व्यक्ति को चंगा करन तो बाद दे विच, ठीक करन तो बाद दे विच एक जिहड़ी गल हुई है, वो स्पष्टीकरण दे रहे कि व्यक्ति किद्दां ठीक हो गया। वो कहंदा मेरा पिता जिहड़ा है ना वो काम कर रहा। दूसरी गल की है, वो कहंदा पुत्र आप तो कुछ नहीं कर सकता, जो पिता नूं करदिआं देखदा उही करदा। और अगली गल की हैगी है, कहंदा पिता मैनूं काम दिखा रहा अपने, मैं देख रहा बस, और इस तो वड्डे वड्डे काम उहने मैनूं दिखाने हैं। इसका मतलब ਇਹਦਾ मतलब यह है वो पिता नूं महिमा दे रहा, वो लोगों को दस रहा पिता के बारे, लोगों को दस रहा परमेश्वरी यहोवा की महिमा के बारे, बड़ी साफ भाषा में। और 30 वचन च इदां लिखिआ, 30 वचन च इदां लिखिआ, मैं आप कुछ नहीं कर सकता, जिहा मैं सुनता हाँ तिहा ही न्याय करता हाँ, और मेरा न्याय सच्चा है, क्यों जो मैं अपनी मर्जी नहीं भालदा पर ਉਹਦੀ मर्जी जिन्हें मैनू घल्लिआ। हुण ये गल देखो की है, ये गल बड़ी साफ रूप में यीशु मसीह कहते मैं अपने आप तो कुछ भी कर नहीं सकता, मैं अपने आप तो कुछ नहीं कर सकता। इसलिए यीशु मसीह ने कहा मैथों सीखो, क्यों जो मैं कोमल ते मन दा गरीब हाँ। किस तो सीखना जीना, असी जीना किस तो सीखना। अज असी यीशु मसीह के कोलों वरदान पा के उहदे नाम दे विच अगे तो अगे दौड़े जा रहे हैं, स्पीड बड़ी आ। वरदान जो मिल जाता स्पीड बड़ी बढ़ जाती है, अगे तो अगे भजे जाते। पर एक गल इत्थे साफ आ, जिहड़ा मत्ती इंजील 11 अध्याय, प्लीज़ एक बार खोलांगे मत्ती इंजील 11 अध्याय, मत्ती इंजील 11 अध्याय उसका 29 वचन, मेरा जूड़ा अपने उत्ते लै लवो अते मैथों सीखो, क्यों जो मैं कोमल अते मन दा गरीब हाँ, अते तुसीं अपने जीआं विच आराम पाओगे। प्रभु यीशु की कह रहे, प्रभु यीशु बड़ी साफ भाषा में यह कह रहे हैं कि मेरा जूड़ा अपने ते लै लवो तो मैथों सीखो। की सीखना यीशु मसीह? कोमल आ हो, कोमल। वो कहता मैं कोमल अते मन दा गरीब हाँ। मन दे गरीब का अर्थ आ वो कहता मैनू तेरी लोड़ आ जा प्लीज़ तू भी। उन्हें शराबियां भी क्या आ जाओ, व्यभिचारियां भी क्या आ जाओ, चुंगी लैण वालियां भी कोल जाके स्नेहा दिता। प्रभु यीशु मसीह ने हर गलत तो गलत व्यक्ति को स्नेहा दिता, उन्होंने अपनी संगत में रखा और सही हो गए, फिर पाप नहीं किया, फिर पिछे नहीं मुड़े। इसलिए अज बड़ी साफ गल यह आ, अज असीं प्रभु तो सीखना है। प्रभु तो की सीखना है? जो प्रभु सब कुछ का मालिक हो के नीवा बनता है तो सानू कितना वधीक अपने आप को नीवा करना चाहिए। ये गल इदां ही, ये गल इदां ही आ, ये गल इदां ही है। हुण जदों असीं प्रभु की हज़ूरी विच आ, प्रभु ने सानू दस्सिया असीं की करना, प्रभु ने सानू दस्सिया असीं की करना। लूका इंजील 17 अध्याय उसका 10वां वचन पढ़ते हैं। लूका 17 अध्याय 10वां वचन, जदों असीं प्रभु की पवित्र हज़ूरी विच आ, ये वचन सानू प्रभु यीशु मसीह के वलों जिहड़ा हासिल हो रहा ये की है? प्रभु यीशु मसीह ने कहा 17 अध्याय 10वां वचन, लूका इंजील 17 अध्याय 10वां वचन, इस तरह तुसीं भी जाओ सारे काम जिन्हां दा
ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਵੀ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ। ਪ੍ਰਭੂ ਯਿਸੂ ਕੀ ਕਹੇ? ਪ੍ਰਭੂ ਯਿਸੂ ਕਹਿੰਦੇ ਸਾਰੀਆਂ ਆਗਿਆਵਾਂ ਜੋ ਤੁਸੀਂ ਪੂਰੀਆਂ ਕਰ ਦਿਓ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ, ਤਾਂ ਤੁਸੀਂ ਇਹ ਕਹਿਣਾ ਆ ਕਿ ਪ੍ਰਭੂ ਜੀ ਅਸੀਂ ਤਾਂ ਨਿਕੰਮੇ ਬੰਦੇ ਹਾਂ, ਬਸ ਡਿਊਟੀ ਨਿਭਾ ਸਕੇ ਹਾਂ, ਹੋਰ ਕੁਛ ਨਹੀਂ, ਬਸ ਡਿਊਟੀ ਕਰ ਸਕੇ, ਇਸ ਤੋਂ ਹੋਰ ਕੋਈ ਜ਼ਿਆਦਾ ਕੁਛ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਭੂ ਨੇ ਇੱਕ ਨੌਕਰ ਦੀ ਉਦਾਹਰਨ ਦਿੱਤੀ ਹੈ। ਇਹ ਨੌਕਰ ਬਾਹਰੋਂ ਕੰਮ ਕਰਕੇ ਆਉਂਦਾ ਅਤੇ ਮਾਲਕ ਇਹ ਨਹੀਂ ਕਹਿੰਦਾ ਵੀ ਤੂੰ ਬੈਠ ਮੈਂ ਤੈਨੂੰ ਖਿਲਾਉਣਾ, ਉਹ ਕਹਿੰਦਾ ਫਿਰ ਉਹਨੂੰ ਖਾਣਾ ਬਣਾਉਣਾ ਪੈਂਦਾ। ਅੱਜ ਜਦੋਂ ਅਸੀਂ ਨੌਕਰ ਹਾਂ, ਸਾਨੂੰ ਨੌਕਰ ਵਾਂਗੂ ਵਿਵਹਾਰ ਕਰਨਾ ਪੈਣਾ। ਅਗਰ ਅਸੀਂ ਮਾਲਕ ਬਣ ਗਏ ਤਾਂ ਦਿੱਕਤ ਆਉਣੀ ਹੈ। ਮਾਲਕ ਇੱਕ ਦਿਨ ਬਣਾਂਗੇ, ਅਧਿਕਾਰੀ ਬਣ ਕੇ ਇੱਕ ਦਿਨ ਖੁਦਾ ਦੇ ਜਾਓ ਜਲਾਲ 'ਚ ਖੜੇ ਕੀਤੇ ਜਾਵਾਂਗੇ। ਪਰ ਇੱਕ ਗੱਲ ਬੜੀ ਸਾਫ਼ ਰੂਪ ਵਿੱਚ ਇਹ ਆ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ, ਉਹ ਕੀ ਹੈਗੀ ਆ ਕਿ ਜ਼ਮੀਨ 'ਤੇ ਰਹਿੰਦੇ ਹੋਏ ਸਾਨੂੰ ਇੱਕ ਨੌਕਰ ਦੀ ਹੈਸੀਅਤ ਨਾਲ ਜੀਣ ਦੇ ਲਈ ਪ੍ਰਭੂ ਕਹਿ ਰਹੇ। ਪ੍ਰਭੂ ਖੁਦ ਇੱਦਾਂ ਜੀਏ ਔਰ ਸਾਨੂੰ ਵੀ ਇੱਦਾਂ ਹੀ ਕਹਿ ਰਹੇ ਕਿ ਜਦੋਂ ਤੁਸੀਂ ਸਾਰੇ ਹੁਕਮਾਂ ਨੂੰ ਪੂਰਾ ਕਰ ਚੁੱਕੋ ਤਾਂ ਤੁਸੀਂ ਇਹ ਕਹੋ ਪ੍ਰਭੂ ਜੀ ਅਸੀਂ ਨਿਕੰਮੇ ਬੰਦੇ ਹਾਂ, ਜਿੰਨਾ ਕੁ ਹੋ ਸਕਿਆ ਉਨਾ ਕੀ ਕਰ ਸਕੇ ਹਾਂ, ਸਾਡੇ ਤੋਂ ਕੁਛ ਵਾਲਾ ਨਹੀਂ ਹੋਇਆ। ਇਹ ਗੱਲ ਕਹਿਣ ਦੀ ਜ਼ਰੂਰਤ ਆ। ਪ੍ਰਭੂ ਯਿਸੂ ਨੇ ਲੂਕਾ 18 ਅਧਿਆਇ ਦੇ ਵਿੱਚ ਪ੍ਰਾਰਥਨਾ ਕਰਨ ਵਾਲਿਆਂ ਦੀ ਉਦਾਹਰਨ ਦਿੱਤੀ। ਇੱਕ ਫਰੀਸੀ ਹੈ ਜਿਹੜਾ ਪ੍ਰਾਰਥਨਾ ਕਰਨ ਦੇ ਲਈ ਗਿਆ ਹੈ। ਜਦੋਂ ਪ੍ਰਾਰਥਨਾ ਕਰਨ ਦੇ ਲਈ ਗਿਆ ਅਤੇ ਇੱਥੇ ਵਚਨ ਦੱਸਦਾ ਹੈ 18 ਅਧਿਆਇ 9ਵਾਂ ਵਚਨ, ਕਈ ਬੰਦੇ ਉਹ ਪ੍ਰਾਰਥਨਾ ਕਰਦੇ ਜਿਹੜੇ ਆਪਣੇ ਚੰਗੇ ਕੰਮਾਂ 'ਤੇ ਅਪਮਾਨ ਕਰਦੇ, ਜਿਹੜੇ ਆਪਣੇ ਧਰਮੀ ਹੋਣ 'ਤੇ ਅਪਮਾਨ ਕਰਦੇ, ਜਿਹੜੇ ਆਪਣੇ ਚੰਗੇ ਕੰਮਾਂ ਕਰਕੇ ਧਰਮੀ ਮੰਨਦੇ ਆਪਣੇ ਆਪ ਨੂੰ। ਇਹ ਫਰੀਸੀ ਕਹਿੰਦਾ ਸੀ ਮੈਂ ਚੰਗੇ ਕੰਮਾਂ ਕਰਕੇ ਧਰਮੀ ਹਾਂ, ਅਤੇ ਇਹਨੇ ਜਾ ਕੇ ਪ੍ਰਭੂ ਅੱਗੇ ਦੁਆ ਕੀਤੀ ਅਤੇ ਇਹਨੇ ਆਪਣੇ ਚੰਗੇ ਕੰਮ ਉੱਥੇ ਗਿਣਾਏ। ਜਦੋਂ ਇਹਨੇ ਆਪਣੇ ਚੰਗੇ ਕੰਮ ਉੱਥੇ ਗਿਣਾਏ, ਜਦੋਂ ਉਹਨੇ ਆਪਣੇ ਚੰਗੇ ਕੰਮ ਗਿਣਾਏ ਅਤੇ ਬਾਕੀਆਂ ਦੇ ਬਾਰੇ ਕਿਹਾ ਕਿ ਬਾਕੀ ਆਹ ਗਲਤ ਕੰਮ ਕਰਦੇ, ਮੈਂ ਉੱਦਾਂ ਦੇ ਕੰਮ ਨਹੀਂ ਕਰਦਾ। ਔਰ ਦੂਸਰੀ ਗੱਲ ਆ ਇੱਕ ਮਸੂਲੀਆ ਉੱਥੇ ਆਇਆ। ਉਸ ਤੋਂ ਬਾਅਦ ਇੱਕ ਮਸੂਲੀਆ ਪ੍ਰਾਰਥਨਾ ਕਰਨ ਦੇ ਲਈ ਆਇਆ, ਜਿਹੜਾ 13 ਵਚਨ ਦੱਸਦਾ। ਅਤੇ ਮਸੂਲੀਏ ਨੇ ਕੁਛ ਫਰਕ ਨਾਲ ਖੜਾ ਹੋ ਕੇ, ਥੋੜ੍ਹਾ ਦੂਰੇ ਖੜਾ ਹੋ ਕੇ ਪ੍ਰਾਰਥਨਾ ਕੀਤੀ। ਮਹਿਸੂਲ ਲੈਣ ਵਾਲੇ ਨੇ ਥੋੜ੍ਹਾ ਦੂਰੇ ਖੜਾ ਹੋ ਕੇ ਪ੍ਰਾਰਥਨਾ ਕੀਤੀ। ਉਹ ਆਪਣੇ ਆਕੜ ਨਾਲ ਘੁੰਮਣ ਨਾਲ ਨੇੜੇ ਨਹੀਂ ਆਇਆ, ਬਲਕਿ ਦੂਰੇ ਖਲੋ ਗਿਆ ਅਤੇ ਉਹਨੇ ਪ੍ਰਾਰਥਨਾ ਕੀਤੀ। ਅਤੇ ਉਹਨੇ ਆਪਣੀਆਂ ਅੱਖਾਂ ਆਕਾਸ਼ ਦੀ ਵੱਲ ਚੁੱਕ ਕੇ, ਉਹਨੇ ਇੱਦਾਂ ਵੀ ਨਹੀਂ ਚਾਹਿਆ ਕਿ ਆਪਣੀਆਂ ਅੱਖਾਂ ਆਕਾਸ਼ ਦੀ ਵੱਲ ਚੁੱਕੇ, ਜੋ ਆਪਣੀਆਂ ਅੱਖੀਆਂ ਆਕਾਸ਼ ਦੀ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ਰ ਮੈਂ ਪਾਪੀ ਹਾਂ, ਮੇਰੇ ਉੱਤੇ ਦਇਆ। ਅੱਖਾਂ ਵੀ ਨਹੀਂ ਇੱਦਾਂ ਚੁੱਕੀਆਂ, ਇੱਦਾਂ ਹੀ ਨੀਵੀਂ ਪਾਈ ਹੋਈ ਆ ਉਹਨੇ, ਔਰ ਦੂਰੇ ਖੜਾ ਹੋ ਕੇ ਪ੍ਰਾਰਥਨਾ ਕਰ ਰਿਹਾ, ਆਪਣੀ ਛਾਤੀ ਪਿੱਟ ਰਿਹਾ, ਔਰ ਇਹ ਕਹਿੰਦਾ ਹੇ ਪਰਮੇਸ਼ਰ ਮੈਂ ਪਾਪੀ ਹਾਂ, ਮੇਰੇ 'ਤੇ ਦਇਆ। ਇੱਦਾਂ ਕਹਿ ਰਿਹਾ ਉਹ। ਅੱਜ ਗੱਲ ਸੁਣੋ ਕੀ ਹੈ। ਇਹ ਗੱਲ ਬੜੀ ਸਾਫ਼ ਰੂਪ ਵਿੱਚ ਇੱਦਾਂ ਆ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਪ੍ਰਭੂ ਕਹਿੰਦਾ ਜਿਹੜਾ ਫਰੀਸੀ ਚੰਗੇ ਕੰਮ ਕਰਨ ਵਾਲਾ ਧਰਮੀ ਨਹੀਂ ਠਹਿਰਿਆ, ਪਰ ਜਿਹੜਾ ਇਹ ਵਿਅਕਤੀ ਜਿਹੜਾ ਆਪਣੇ ਪਾਪਾਂ ਨੂੰ ਮੰਨਦਾ, ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਹ ਧਰਮੀ ਠਹਿਰ ਗਿਆ। ਕਿਉਂਕਿ ਪ੍ਰਭੂ ਕਹਿੰਦਾ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਉਹ ਨੀਵਾਂ ਕੀਤਾ ਜਾਊਗਾ, ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਉਹ ਉੱਚਾ ਕੀਤਾ ਜਾਊਗਾ। ਸਵੱਛਤ ਗੱਲ ਹੀ ਇਹ ਆ ਕਿ ਅਸੀਂ ਨੀਵੇਂ ਬਣਨ ਦੇ ਨਾਲ ਹੀ ਉੱਚੇ ਹੋਣਾ ਆ, ਅਤੇ ਫਿਰ ਕਿਉਂ ਨਾ ਨੀਵੇਂ ਬਣੀਏ। ਪਰ ਨੀਵਾਂ ਬਣਨੇ ਨੂੰ ਤਿਆਰ ਕਿਹੜਾ ਇੱਥੇ? ਅੱਜ ਕਲੀਸਿਆ ਦੀ ਗੱਲ ਕਰਦੇ, ਕਲੀਸਿਆ ਦੀ ਗੱਲ ਹੀ ਕਰ ਰਹੇ ਆਪਾਂ, ਤਾਂ ਹੋਰ ਕਿਸੇ ਦੀ ਗੱਲ ਨਹੀਂ ਕਰ ਰਹੇ। ਕਲੀਸਿਆ 'ਚ ਪਾਸਟਰ ਵੀ ਹੈ, ਕਲੀਸਿਆ ਦੇ ਵਿੱਚ ਪ੍ਰਚਾਰਕ ਵੀ ਹੈ, ਕਲੀਸਿਆ 'ਚ ਵੱਖ-ਵੱਖ ਅਹੁਦੇਦਾਰ ਵੀ ਹੈ, ਮੈਨੇਜਮੈਂਟ ਵੀ ਹੈ, ਕਲੀਸਿਆ ਦੇ ਵਿੱਚ ਵਿਸ਼ਵਾਸੀ ਵੀ ਹੈ, ਸਾਰੇ ਤਰ੍ਹਾਂ ਦੇ ਲੋਕ ਆ ਕਲੀਸਿਆ ਵਿੱਚ। ਪਰ ਨੀਵਾਂ ਹੋਣ ਨੂੰ ਕਿਹੜਾ ਤਿਆਰ ਆ? ਸਭ ਆਪਣੇ ਆਪ ਨੂੰ ਉੱਚਾ ਕਰਨੇ ਨੂੰ ਤਿਆਰ, ਸਭ ਆਪਣੇ ਅਧਿਕਾਰ ਦੀ ਗੱਲ ਕਰਨੇ ਨੂੰ ਤਿਆਰ, ਸਭ ਆਪਣੇ ਆਪ ਨੂੰ ਅੱਗੇ ਕਰਨ ਦੇ ਲਈ ਤਿਆਰ ਆ। ਪਰ ਗੱਲ ਕੀ ਹੈ? ਜੋ ਗੱਲ ਪ੍ਰਭੂ ਕਹਿੰਦਾ ਉਹ ਮਿਸ ਆ। ਅੱਜ ਪ੍ਰਭੂ ਦੇ ਬੱਚੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਅੱਜ ਇਸ ਗੱਲ ਨੂੰ ਸਮਝਣਾ ਹੀ ਪੈਣਾ ਹੈ। ਜਿਹੜੀ ਗੱਲ ਪ੍ਰਭੂ ਯਿਸੂ ਮਸੀਹ ਨੇ ਆਪਣੇ ਵਿੱਚੋਂ ਦੀ ਸਾਨੂੰ ਸਮਝਾਈ ਆ, ਉਹ ਗੱਲ ਇਹ ਆ ਕਿ ਪ੍ਰਭੂ ਦੀ ਹਲੀਮੀ ਸਾਡੇ ਵਿੱਚ ਹੋਣੀ ਜ਼ਰੂਰੀ ਹੈ। ਪ੍ਰਭੂ ਨੇ ਕਿਹਾ ਤੁਹਾਨੂੰ ਜਿਹੜੇ ਹਲੀਮ ਆ ਧਰਤੀ ਦੇ ਵਾਰਿਸ ਹੋਣਗੇ। ਗੱਲ ਇਹ ਆ, ਹਲੀਮਾਂ ਨੇ ਵਾਰਿਸ ਹੋਣਾ, ਹਲੀਮਾਂ ਨੇ ਵਿਰਸਾ ਪਾਉਣਾ, ਹਲੀਮਾਂ ਨੂੰ, ਅਧੀਨਾਂ ਨੂੰ, ਨੀਵਿਆਂ ਨੂੰ ਖੁਦਾ ਨੇ ਉੱਚੇ ਕਰਨਾ। ਜਿਹੜੇ
होणगे भी सही पर करनगे भी अपने आप नूं नीवां। एक तो अपने माड़े कामां करके नीच बने हैं, एक ये है भी चलते ही प्रभु ਵਿੱਚ सही है पर फिर भी अपने आप नूं ਉਹ ਨੀਵਾਂ ਰੱਖਦੇ, ਘੁਮੰਡ नहीं करते, अंगार नहीं करते, माण वडियाई नाल नहीं भरे हुए, फूं फून करते नहीं है कि मैं इदा मैं ये मैं वो मैं इदा करता उदा करता। वो महिमा नहीं लभदे जमीन ते, वो कलीसिया नूं डिस्टर्ब नहीं करते बल्कि हलीम बन के बहते। इसलिए जो यीशु ने किया वो सानू करन दे लई कहा, जो सानू करन दे लई कहा, जो ने सानू करन दे लई कहा वो असीं सीखना और समझना आ और चलना है। यीशु मसीह ने एक नॉर्मल जीवन जी है। मत्ती इंजील के 8वें अध्याय नूं खोलांगे एक बारी और 20वां वचन पढ़ांगे। मत्ती इंजील 8वां अध्याय 20वां वचन। जो असीं अज प्रभु की हज़ूरी विच आ, यीशु मसीह ने कहा, यीशु ने उन्होंने आख्या भी लूंबड़ियां दे घुरने ते आकाश दे पंछियां दे आलणे हन पर मनुख दे पुत्र दे सिर धारने नूं तां नहीं। ये यीशु मसीह की वर्डिंग है। जमीन के उत्ते यीशु मसीह ने कोई डेरा नहीं बनाया। यीशु मसीह झूठ नहीं बोलता है, वो सच्चा परमेश्वर, वो सच बोलता है। जमीन के उत्ते जे मरियम यूसुफ का घर सीगा, वो यीशु का घर नहीं सीगा, नहीं सी उहदा घर, वो घर तो बाहर सी, पब्लिक विच सीगा, पब्लिक लई सीगा। पब्लिक सर्वेंट पब्लिक च हुंदा है। यीशु मसीह पब्लिक सर्वेंट बनया। जो पब्लिक सर्वेंट बनया तो उन्हें कहा मैं दास हाँ, मैं नौकर हाँ। और आ जी गल है बड़ी साफ आ, वो कहता लूंबड़ियां दे घुरने ते आकाश दे पंछियां दे आलणे आ पर मनुख दे पुत्र दे सिर धारने नूं तां है नहीं, है नहीं। कहता रहन बसेरा, प्रभु कहता रहन बसेरा है नहीं। जो प्रभु कहता रहन बसेरा है नहीं तो है नहीं गा, पर है दी हस्ती की है। हस्ती यही है कि वह राजा का राजा तो प्रभुआं का प्रभु आ। देखो अज सुनो, जिहड़ा बंदा सच्चा तो सच्ची है ना, उन्होंने जिन्ना मर्जी नीवा कर दे कोई, तो जिन्ना मर्जी कर दे अपने आप को नीवा, एक दिन खुदा ने उन्होंने चुकना, उसकी कीमत पानी ही पानी, उसकी कीमत पानी, उसकी वैल्यू पैनी ही पैनी। अज बहुत सारे लोग बड़े परेशान आए कि वधिया चलते है, कोई लोगों को कुछ कह जाता नीवा कर जाता, तो गलत लैंगुएज यूज़ कर जाता, तो दिल दुखदा, तो फिर वो इदा समझते आ भी साडा कौन आ। यीशु आ, यीशु आ तुहाडा, जिहड़ा कहंदा मैं तुहानूं अनाथ नहीं छड्डूंगा। हर चीज़ नोट है उहदे कोल, उहनूं पता है किहनूं की नहीं मिलिया, उहनूं पता आ किहनूं की मिलिया। ये 100% आ। और ये ना कोशिश करो कि सब कुछ सानूं जमीन ते ही मिल जाए। ये होवे कि जमीन ते भावें ना मिले पर आसमान की बादशाहत में सब कुछ मिलना चाहिए। यीशु मसीह के सामने जो मिलना है। इसलिए बड़ी साफ गल है, यीशु मसीह कहते भाई रहन बसेरा है नहीं। और यीशु मसीह ने अपने मनुख का पुत्र कहा, मनुख का पुत्र अपने आप को क्या प्रभु यीशु मसीह ने। देखो वो तो सीखो, वो परमेश्वर का पुत्र है पर अपने मनुख का पुत्र कहन दिया, वो अपने नीवा करता है, वो दसदा है भाई मैं मनुख ही हाँ। और ये भेद तो बहुत वड्डा है कि अपने आप मनुख का पुत्र क्यों गया। पर एक गल ये है कि वो मनुख का पुत्र कह के अपने आप को साडी सिमिलरिटी में लिया रहा, साडे विच शामिल कर रहा अपने आप। इसे करके इब्रानियां 2:14-15 दसदा है कि वो 2:14 दसदा है कि वो जिदा असीं लहू ते मांस लैके पैदा, इदा लहू ते मांस लैके पैदा होया, साडी समानता 'च पैदा होया। साडे वर्गा नहीं सी, वो प्रभु ही सीगा। पर गल यह है कि वो साडे वांगू दिखिया, साडे वांगू दिखाई दिता, साडे वांगू दिखाई दिता। इसलिए अज बेनती इस गल नूं समझ जाओ कि वो साडे वर्गा बन गया, तां कि वो सानूं अपने वर्गे बना लवे। और वो फार्मूले चलना पैना यीशु मसीह के सामर्थी नाम। इस करके याकूब ने जो समझ लगी, याकूब ने एक गल नूं लिखिया, याकूब की किताब के 5वें अध्याय में एक बार खोलांगे, याकूब की पत्री। जो याकूब ने इस गल की समझ लगी तो उन्हें इस गल नूं लिखिया कि एलिया के बारे उन्हें लिखिया कि जिहड़ा एलिया आ उहदी किदां दी हस्ती सी और वो किदां दा सीगा। जीसस पावर। एलिया 5वां अध्याय याकूब की पत्री उसका 5वां अध्याय 17 वचन।
एलिया साडे वर्गा दुख सुख भोगण वाला मनुख सी ਅਤੇ ਉਹਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਅਤੇ ਭਈ ਵਰਖਾ ਨਾ ਹੋਵੇ ਤਾਂ 3.5 ਵਰਿਆਂ ਤੀਕ ਉਸ ਧਰਤੀ ਉੱਤੇ ਵਰਖਾ ਨਾ ਹੋਈ ਅਤੇ ਉਹਨੇ ਫਿਰ ਪ੍ਰਾਰਥਨਾ ਕੀਤੀ ਅਤੇ ਆਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਏ। ਇੱਥੇ ਸਾਨੂੰ ਇੱਕ ਗੱਲ ਨਾਲ ਠੀਕ ਅਸੀਂ ਕੰਸਰਨ ਹੈਗੇ ਹਾਂ ਕਿ ਉਹ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਇੱਕ ਵਿਅਕਤੀ ਸੀ ਨੋਰਮਲ ਵਿਅਕਤੀ ਸੀ ਇੱਕ ਉਹਨੂੰ ਵੀ ਭੁੱਖ ਲੱਗਦੀ ਸੀ, ਉਹ ਵੀ ਖਾਂਦਾ ਸੀ, ਉਹ ਵੀ ਪੀਂਦਾ ਸੀ, ਉਹ ਵੀ ਡਰਦਾ ਸੀ। ਜਦੋਂ ਇਜ਼ਬਲ ਨੇ ਕਿਹਾ ਕਿ ਕੱਲ੍ਹ ਸ਼ਾਮ ਤੱਕ ਤੇਰਾ ਸਿਰ ਤੇਰੀ ਧੜ 'ਤੇ ਨਹੀਂ ਰਹਿਣ ਦੇਣਾ, ਅਤੇ ਲੋਕ ਗਿਆ ਜਾ ਕੇ ਜੰਗਲ 'ਚ ਡਰਦਾ ਰੱਬ ਨੂੰ ਕਹਿੰਦਾ ਰੱਬਾ ਮੈਨੂੰ ਵੀ ਲੈ ਜਾ, ਮੇਰੇ ਪਿਓ ਦਾਦੇ ਤੂੰ ਆਪਣੇ ਕੋਲ ਲੈ ਗਿਆ, ਮੈਨੂੰ ਵੀ ਲੈ ਜਾ। ਇੱਦਾਂ ਦਾ ਹੀ ਸੀ। ਪਰ ਗੱਲ ਇਹ ਆ ਕਿ ਉਹ ਪਰਮੇਸ਼ਵਰ ਦਾ ਬੰਦਾ ਸੀ, ਹੈਗਾ ਦੁੱਖ ਸੁੱਖ ਉਹ 'ਤੇ ਆਉਂਦੇ ਸੀ। ਅੱਜ ਅਸੀਂ ਪਰਮੇਸ਼ਵਰ ਦੇ ਬੰਦੇ, ਦੁੱਖ ਸੁੱਖ ਸਾਡੇ 'ਤੇ ਆਉਣੇ ਆ, ਸਤਾਵ ਆਉਣੇ ਆ, ਕਲੇਸ਼ ਆਉਣਾ। ਸ਼ੈਤਾਨ ਨਹੀਂ ਪਰੇਸ਼ਾਨ ਕਰ ਸਕਦਾ, ਪਰ ਮਨੁੱਖ ਜ਼ਰੂਰ ਪਰੇਸ਼ਾਨ ਕਰਨਗੇ, ਮਨੁੱਖ ਜ਼ਰੂਰ ਪਰੇਸ਼ਾਨ ਕਰਨਗੇ। ਮਨੁੱਖਾਂ ਨੇ ਪਰੇਸ਼ਾਨ ਕਰਨਾ। ਸ਼ੈਤਾਨ ਉਹਦੇ ਪਰੇਸ਼ਾਨ ਕਰੇਗਾ ਜਦੋਂ ਪਾਪ ਕਰੂੰਗੇ, ਪਰ ਮਨੁੱਖਾਂ ਨੇ ਧੱਕਾ ਵੀ ਕਰ ਦੇਣਾ। ਪ੍ਰਭੂ ਨੇ ਕਿਹਾ ਇਹ ਜਿਹੜੇ ਲੋਕ ਹੈਗੇ ਇਹਨਾਂ ਤੋਂ ਨਾ ਡਰਿਓ, ਇਹ ਜਾਨੋਂ ਤਾਂ ਮਾਰ ਸਕਦੇ ਆ ਪਰ ਤੁਹਾਨੂੰ ਖੁਦਾ ਦੀ ਬਾਦਸ਼ਾਹਤ ਵਜਾਉਣ ਤੋਂ ਰੋਕ ਨਹੀਂ ਸਕਦੇ। ਸੋ ਏਲੀਆ ਸਾਡੇ ਵਰਗਾ ਹੀ ਬੰਦਾ ਸੀ, ਸਾਡੇ ਵਰਗਾ ਹੀ ਬੰਦਾ ਸੀ। ਔਰ ਪਤਰਸ ਕੀ ਕਹਿੰਦਾ, ਰਸੂਲਾਂ ਦੇ ਕਿਤਾਬ ਦੇ 10ਵੇਂ ਅਧਿਆਇ ਨੂੰ ਇੱਕ ਵਾਰੀ ਖੋਲਾਂਗੇ। ਰਸੂਲਾਂ ਦੇ ਕਿਤਾਬ 10ਵਾਂ ਅਧਿਆਇ ਉਸਦਾ 25 ਔਰ 26 ਵਚਨ ਹੈ। ਜਦੋਂ ਪਤਰਸ ਕੁਰਨੇਲਿयुस ਦੇ ਘਰ ਦੇ ਵਿੱਚ ਗਿਆ, ਜਦੋਂ ਪਤਰਸ ਕੁਰਨੇਲਿयुस ਦੇ ਘਰ ਦੇ ਵਿੱਚ ਗਿਆ ਅਤੇ ਕੁਰਨੇਲਿयुस ਨੇ ਆ ਕੇ ਉਹਨੂੰ ਮੱਥਾ ਟੇਕਿਆ। ਜਿੱਦਾਂ 10ਵਾਂ ਅਧਿਆਇ ਰਸੂਲਾਂ ਦੇ ਕਿਤਾਬ 10ਵਾਂ ਅਧਿਆਇ 25 ਔਰ 26 ਵਚਨ। ਜਾਂ ਪਤਰਸ ਅੰਦਰ ਜਾਣ ਲੱਗਾ ਤਾਂ ਇਹ ਹੋਇਆ ਕਿ ਕੁਰਨੇਲਿयुस ਉਹਨੂੰ ਆ ਮਿਲਿਆ ਅਤੇ ਉਹਦੇ ਪੈਰੀਂ ਪੈ ਕੇ ਮੱਥਾ ਟੇਕਿਆ। ਔਰ ਪਤਰਸ ਨੇ ਉਸ ਨੂੰ ਉਠਾ ਕੇ ਆਖਿਆ, ਉੱਠ ਖਲੋ, ਮੈਂ ਆਪ ਵੀ ਤਾਂ ਮਨੁੱਖ ਹੀ ਹਾਂ। ਉਹ ਪੈਰੀਂ ਪਿਆ ਪਤਰਸ ਦੇ, ਔਰ ਪਤਰਸ ਉਹਨੂੰ ਕੀ ਕਹਿੰਦਾ, ਉਹਨੂੰ ਉਠਾਇਆ। ਉਹ ਕਹਿੰਦਾ ਮੈਂ ਵੀ ਤਾਂ ਰੱਬ, ਮੈਂ ਤਾਂ ਬੰਦਾ ਹੀ ਹਾਂ, ਮੈਂ ਕਿਹੜਾ ਰੱਬ ਹਾਂ, ਮੈਂ ਵੀ ਬੰਦਾ ਹੀ ਹਾਂ, ਤੇਰੇ ਵਰਗਾ ਹੀ ਬੰਦਾ, ਜਿੱਦਾਂ ਦਾ ਤੂੰ ਬੰਦਾ ਇੱਦਾਂ ਦਾ ਮੈਂ ਬੰਦਾ। ਅੱਜ ਬੇਨਤੀ ਹੈ, ਪੈਰੀਂ ਹੱਥ ਨਾ ਲਾਓ ਕਿਸੇ ਦੇ, ਜੈ ਮਸੀਹ ਦੀ ਬੋਲੋ, ਅਦਬ ਨਾਲ ਬੋਲੋ, ਆਸ਼ੀਰਵਾਦ ਲੈ ਲਓ ਵੱਡਿਆਂ ਤੋਂ, ਕੋਈ ਪਾਪ ਨਹੀਂ ਹੈਗਾ, ਪਰ ਪੈਰੀਂ ਹੱਥ ਲਾਉਣਾ ਠੀਕ ਨਹੀਂ ਹੈਗਾ। ਹੁਣ ਆਹ ਜਿਹੜੀ ਗੱਲ ਬੜੀ ਸਾਫ਼ ਰੂਪ ਵਿੱਚ ਇਹ ਆ, ਕਿ ਪਤਰਸ ਨੇ ਕਿਹਾ ਮੈਂ ਤੇਰੇ ਵਰਗੇ ਹੀ ਮਨੁੱਖ ਹਾਂ, ਮੇਰੇ ਵਿੱਚ ਅਤੇ ਤੇਰੇ ਵਿੱਚ ਇੰਨਾ ਹੀ ਫਰਕ ਆ ਕਿ ਮੈਨੂੰ ਸੱਚਾਈ ਦਾ ਪਤਾ ਲੱਗਿਆ, ਤੈਨੂੰ ਅਜੇ ਪਤਾ ਨਹੀਂ ਲੱਗਾ, ਤੈਨੂੰ ਵੀ ਪਤਾ ਲੱਗ ਜਾਣਾ। ਉਹ ਕਹਿੰਦਾ ਮੈਂ ਵੀ ਤਾਂ ਮਨੁੱਖ ਹੀ ਹਾਂ। ਉਹਨੇ ਕਿਹਾ ਮੈਂ ਵੀ ਮਨੁੱਖ ਹੀ ਹਾਂ। ਔਰ ਇੱਕ ਗੱਲ ਜਿਹੜੀ ਹੈ ਪ੍ਰਕਾਸ਼ ਦੀ ਪੋਥੀ ਦੇ 19ਵੇਂ ਅਧਿਆਇ ਦੇ 10ਵੇਂ ਵਚਨ 'ਚ ਪੜ੍ਹਾਂਗੇ। ਪ੍ਰਕਾਸ਼ ਦੀ ਪੋਥੀ ਉਸਦਾ 19 ਅਧਿਆਇ ਉਸਦਾ 10ਵਾਂ ਵਚਨ। ਜਦੋਂ ਯੂਹੰਨਾ ਨੂੰ ਪ੍ਰਕਾਸ਼ ਦਿਖਾਇਆ ਜਾ ਰਿਹਾ, ਜਦੋਂ ਪ੍ਰਕਾਸ਼ ਦੇਖਦਾ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ, ਅਤੇ ਜੋ ਖੁਦਾਵੰਦ ਦਾ ਦੂਤ ਉਹਨੂੰ ਦਿਖਾ ਰਿਹਾ, ਉਹਦੇ ਨਾਲ ਉਹਦਾ ਵਿਵਹਾਰ ਇੱਥੇ ਲਿਖਿਆ ਹੈ 19 ਅਧਿਆਇ ਪ੍ਰਕਾਸ਼ ਦੀ ਪੋਥੀ 19 ਅਧਿਆਇ 10ਵਾਂ ਵਚਨ। ਅਤੇ ਉਹਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹਦੇ ਚਰਨੀ ਪਿਆ, ਤਾਂ ਉਸ ਮੈਨੂੰ ਆਖਿਆ ਭਈ ਇਉਂ ਨਾ ਕਰ, ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯੀਸ਼ੂ ਦੀ ਸਾਖੀ ਭਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ਰ ਨੂੰ ਮੱਥਾ ਟੇਕ, ਯੀਸ਼ੂ ਦੀ ਗਵਾਹੀ ਤਾਂ ਅਗੰਬਾਗ ਦੀ ਰੂਹ ਹੈ। ਜਦੋਂ ਪਰਮੇਸ਼ਰ ਦਾ ਬੰਦਾ ਉਹਨੂੰ ਮੱਥਾ ਟੇਕਣ ਡਿਆ, ਜਿਹੜਾ ਉਹਦਾ ਗਾਈਡ ਆ, ਉਹ ਕੀ ਕਹਿੰਦਾ, ਉਹ ਕਹਿੰਦਾ ਭਰਾਵਾ ਮੈਨੂੰ ਨਾ ਮੱਥਾ ਟੇਕ, ਪਰਮੇਸ਼ਰ ਨੂੰ ਮੱਥਾ ਟੇਕ। ਉਹ ਕਹਿੰਦਾ ਮੈਂ ਤੁਹਾਡੇ ਨਾਲ ਦਾ ਹੀ ਹਾਂ। ਇਹ ਗੱਲ ਬੜੀ ਸਾਫ਼ ਆ। ਉਹ ਕਹਿੰਦਾ ਇਉਂ ਨਾ ਕਰ, ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯੀਸ਼ੂ ਦੀ ਸਾਖੀ ਭਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ਰ ਨੂੰ ਮੱਥਾ ਟੇਕ। ਉਹ ਕਹਿੰਦਾ ਮੈਂ ਤੁਹਾਡੇ ਵਰਗਾ ਹੀ ਹਾਂ। ਅੱਜ ਸਾਨੂੰ ਇੱਕ ਸੱਚਾਈ ਬੋਲਣੀ ਜ਼ਰੂਰੀ ਹੈ ਕਿ ਅਸੀਂ ਮਨੁੱਖ ਹੀ ਹਾਂ। ਭਾਵੇਂ ਪ੍ਰਭੂ ਸਾਡੇ ਵਿੱਚੋਂ ਮੁਰਦੇ ਜਿੰਦਾ ਕਰੇ, ਭਾਵੇਂ ਕੋੜੀ ਠੀਕ ਹੋਣ, ਦੁਸ਼ਟ ਆਤਮਾ ਵਾਲੇ ਆਜ਼ਾਦ ਹੋਣ, ਭਾਵੇਂ ਕਿੰਨੇ ਨਿਸ਼ਚਿਤ ਚਮਤਕਾਰ ਹੋਣ, ਪਰ ਅਸੀਂ ਮਨੁੱਖ ਹੀ ਹਾਂ। ਅਸੀਂ ਇਨਸਾਨ ਹੀ ਹਾਂ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਹੈਗੇ। ਅਸੀਂ ਪਰਮੇਸ਼ਵਰ ਨਹੀਂ ਹੋ ਸਕਦੇ, ਅਸੀਂ ਮਨੁੱਖ ਹੀ ਹਾਂ। ਜ਼ਮੀਨ 'ਤੇ ਰਹਿੰਦੇ ਅਸੀਂ ਪਰਮੇਸ਼ਵਰ ਵਾਲੀ ਮਹਿਮਾ ਨਹੀਂ ਲੈਣੀ, ਨਹੀਂ ਲੈ ਸਕਦੇ। ਯੀਸ਼ੂ ਕਹਿੰਦਾ ਮੈਂ ਨਹੀਂ ਮਹਿਮਾ ਲੈਂਦਾ, ਇੱਕ ਲੈਂਦਾ ਆ, ਉਹ ਪਰਮੇਸ਼ਵਰ ਆ। ਅੱਜ ਗੱਲ ਬੜੀ ਸਾਫ਼ ਆ, ਅਸੀਂ ਨਹੀਂ ਲੈ ਸਕਦੇ।
ਜਦੋਂ ਅਸੀਂ ਮਹਿਮਾ ਨਹੀਂ ਲੈ ਸਕਦੇ ਤਾਂ ਅਸੀਂ ਨਹੀਂ ਲੈਣੀ। ਅਗਰ ਅਸੀਂ ਮਹਿਮਾ ਲੈਂਦੇ ਹਾਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਕੁਛ ਸਮਝ ਲਿਆ ਆਪਣੇ ਆਪ ਨੂੰ ਕੁਛ। ਜੇ ਕੋਈ ਸਾਡੀ ਮਹਿਮਾ ਨਾ ਕਰੇ ਉਹਨਾਂ ਰੁੱਸ ਜਾਂਦੇ ਆ ਵੀ ਤੂੰ ਮੇਰੀ ਵਡਿਆਈ ਗੱਲ ਹੀ ਨਹੀਂ ਕਰਦਾ। ਕੋਈ ਗਵਾਹੀ ਦਿੰਦਾ, ਜੇ ਪ੍ਰਾਰਥਨਾ ਸਾਡੇ ਤੋਂ ਕਰਾਈ ਸਾਡਾ ਨਾਮ ਨਾ ਲਵੇ ਸਾਨੂੰ ਗੁੱਸਾ ਹੁੰਦਾ ਵੀ ਪ੍ਰਾਰਥਨਾ ਤਾਂ ਮੈਂ ਕੀਤੀ, ਮੇਰਾ ਨਾਮ ਤਾਂ ਦੱਸਿਆ ਨਹੀਂ ਇਹਨੇ। ਇਹਦਾ ਮਤਲਬ ਅਸੀਂ ਆਪਣੀ ਐਡਵਰਟਾਈਜ਼ਮੈਂਟ ਕਰਾ ਰਹੇ ਹਾਂ। ਆਪਣੀ ਐਡਵਰਟਾਈਜ਼ਮੈਂਟ ਅੱਜ ਬੇਨਤੀ ਇਹ ਆ, ਇਸ ਗੱਲ ਨੂੰ ਸਮਝੋ। ਇੱਕ ਬੇਟਾ ਕਾਫੀ ਦੇਰ ਤੋਂ ਇਸ ਗੱਲ ਦੀ ਜਿੱਦ ਕਰ ਰਿਹਾ ਕਿ ਆਪਾਂ ਗਵਾਹੀਆਂ ਰਿਕਾਰਡ ਕਰਕੇ YouTube 'ਤੇ ਪਾਉਣੀਆਂ। ਮੈਂ ਉਹਨੂੰ ਕਹਿੰਦਾ ਹੁੰਦਾ ਗਵਾਹੀਆਂ ਨਾਲ ਤਾਂ YouTube ਭਰਿਆ ਪਿਆ, ਹੁਣ ਇਹ ਲੋਕਾਂ ਨੂੰ ਇਹ ਦੱਸਣਾ ਆ ਕਿ ਸਾਡੀਆਂ ਪ੍ਰਾਰਥਨਾ ਨਾਲ ਲੋਕ ਚੰਗੇ ਹੁੰਦੇ। ਲੋਕਾਂ ਨੂੰ ਪਤਾ ਲੱਗ ਗਿਆ ਯਿਸੂ ਚੰਗਾ ਕਰਦਾ, YouTube ਭਰਿਆ ਪਿਆ ਗਵਾਹੀਆਂ। ਲੋਕਾਂ ਨੂੰ ਪਤਾ ਲੱਗ ਚੁੱਕਾ ਯਿਸੂ ਚੰਗਾ ਕਰਦਾ, ਪਰ ਸੁਨੇਹਾ ਜਿਹੜਾ ਯਿਸੂ ਮਸੀਹ ਦੇ ਰਿਹਾ ਉਹ ਸਾਨੂੰ ਦੇਣ ਦੀ ਲੋੜ ਆ। ਆ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਗਵਾਹੀਆਂ ਬਹੁਤ ਆ, ਸਭ ਚਰਚਾਂ 'ਚ ਗਵਾਹੀਆਂ, ਸਭ ਪ੍ਰਭੂ ਦੇ ਚੁਣੇ ਹੋਇਆਂ ਦੇ ਵਿੱਚੋਂ ਪ੍ਰਭੂ ਕੰਮ ਕਰ ਰਿਹਾ, ਸਭ ਵਿਸ਼ਵਾਸੀਆਂ ਵਿੱਚੋਂ ਪ੍ਰਭੂ ਕੰਮ ਕਰ ਰਿਹਾ। ਤੁਸੀਂ ਖੁਦਾਵੰਦ ਦੇ ਕੰਮ ਕਰਨ ਵਾਲੇ ਲੋਕ ਆ, ਖੁਦਾਵੰਦ ਤੁਹਾਡੇ ਵਿੱਚੋਂ ਦੀ ਕੰਮ ਕਰ ਰਿਹਾ। ਤੁਸੀਂ ਵਿਸ਼ਵਾਸੀ ਆ, ਚਾਹੇ ਪ੍ਰਚਾਰਕ ਆ, ਚਾਹੇ ਪਾਸਟਰ ਆ, ਚਾਹੇ ਜਿਸ ਵੀ ਗੱਲ ਦੇ ਵਿੱਚ ਹੋ, ਪਰਮੇਸ਼ਰ ਤੁਹਾਡੇ ਵਿੱਚ ਦੀ ਕੰਮ ਕਰ ਰਿਹਾ। ਪਰਮੇਸ਼ਰ ਛੋਟੇ ਛੋਟੇ ਬੱਚਿਆਂ ਤੋਂ ਵੀ ਕੰਮ ਲੈ ਰਿਹਾ। ਪਰ ਗੱਲ ਕੀ ਹੈ ਕਿ ਤੁਹਾਡੇ ਵਿੱਚ ਕੰਮ ਹੋ ਰਿਹਾ। ਤੁਹਾਡੇ ਵਿੱਚੋਂ ਤਾਂ ਕੰਮ ਹੋ ਰਿਹਾ, ਕੀ ਤੁਹਾਡੇ ਵਿੱਚ ਕੰਮ ਹੋ ਰਿਹਾ? ਮੈਂ ਤਾਂ ਇਸ ਗੱਲ ਨੂੰ ਇੱਦਾਂ ਸਮਝਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਪਰਮੇਸ਼ਰ ਸਾਡੇ ਵਿੱਚੋਂ ਦੂਜਿਆਂ ਲਈ ਕੰਮ ਕਰਦਾ ਹੈ ਕਿ ਮੇਰੇ ਵਿੱਚ ਕੰਮ ਕਰਦਾ ਹੈ। ਇਹ ਬੜਾ ਵੱਡਾ ਸਵਾਲ ਆ ਔਰ ਬੜਾ ਵੱਡਾ ਮਸਲਾ ਆ। ਇਹ ਅੱਜ ਕੁਆਲੀਫਿਕੇਸ਼ਨ ਤਾਂ ਇਹੀ ਰਹਿ ਗਈ ਹੈ ਕਿ ਮੇਰੀ ਪ੍ਰਾਰਥਨਾ ਪ੍ਰਭੂ ਸੁਣਦਾ, ਕੰਮ ਹੁੰਦਾ। ਇਹ ਜਿਹੜੀ ਕੁਆਲੀਫਿਕੇਸ਼ਨ ਹੈ ਕਾਇਮ ਰੱਖੋ ਆਪਣੀ ਉਮਰ ਭਰ ਯਿਸੂ ਮਸੀਹ ਦੇ ਨਾਮ ਵਿੱਚ। ਪਰ ਕੀ ਤੁਸੀਂ ਸਿੱਧ ਬਣ ਰਹੇ? ਪ੍ਰਭੂ ਦਾ ਸੁਭਾਅ ਤੁਹਾਡੇ 'ਚ ਵੱਧ ਰਿਹਾ, ਪ੍ਰਭੂ ਦੀ ਸ਼ਾਂਤੀ ਵੱਧ ਰਹੀ ਹੈ, ਪ੍ਰਭੂ ਦਾ ਪਿਆਰ ਵੱਧ ਰਿਹਾ, ਪ੍ਰਭੂ ਦੇ ਗੁਣ ਤੁਹਾਡੇ 'ਚ ਵੱਧ ਰਹੇ ਆ। ਅਗਰ ਨਹੀਂ ਵੱਧ ਰਹੇ ਤਾਂ ਵੱਧਣੇ ਚਾਹੀਦੇ ਯਿਸੂ ਮਸੀਹ ਦੇ ਨਾਮ ਵਿੱਚ। ਸਮਝੋ ਇਸ ਗੱਲ ਨੂੰ। ਪ੍ਰਭੂ ਦਾ ਕਰੈਕਟਰ ਬਿਲਡ ਹੋਣਾ ਚਾਹੀਦਾ ਸਾਡੇ ਵਿੱਚ। ਅਗਰ ਪ੍ਰਭੂ ਦਾ ਕਰੈਕਟਰ ਨਹੀਂ ਸਾਡੇ 'ਚ ਬਿਲਡ ਹੈਗਾ, ਪ੍ਰਭੂ ਦਾ ਕਿਰਦਾਰ ਨਹੀਂ ਸਾਡੇ 'ਚ ਬਿਲਡ ਹੈਗਾ, ਅਸੀਂ ਲੋਕਾਂ ਨੂੰ ਕਹਾਂਗੇ ਪਰਮੇਸ਼ਰ ਪਿਆਰ ਕਰਦਾ, ਆਪ ਸਾਡੇ 'ਚ ਹੈ ਹੀ ਨਹੀਂ। ਪਰਮੇਸ਼ਰ ਦਇਆ ਕਰਦਾ, ਆਪ ਸਾਡੇ 'ਚ ਹੈ ਹੀ ਨਹੀਂ। ਪਰਮੇਸ਼ਰ ਕਿਰਪਾ ਕਰਦਾ, ਆਪ ਸਾਡੇ 'ਚ ਹੈ ਹੀ ਨਹੀਂ। ਜਦੋਂ ਹੈ ਹੀ ਨਹੀਂ ਸਾਡੇ ਵਿੱਚ, ਅਸੀਂ ਕਿੱਦਾਂ ਸਾਬਤ ਕਰਾਂਗੇ ਉਸ ਚੀਜ਼? ਇਸ ਲਈ ਅੱਜ ਬੇਨਤੀ, ਇਸ ਗੱਲ ਨੂੰ ਸਮਝ ਜਾਓ ਕਿ ਪਰਮੇਸ਼ਰ ਦਾ ਉਹ ਬੰਦਾ ਕਹਿ ਰਿਹਾ ਕਿ ਮੈਂ ਤੁਹਾਡੇ ਵਰਗਾ ਹੀ ਹਾਂ। ਪਤਰਸ ਕਹਿ ਰਿਹਾ ਮੈਂ ਤੁਹਾਡੇ ਵਰਗਾ ਹੀ ਹਾਂ। ਔਰ ਇੱਕ ਰਸੂਲਾਂ ਦੇ ਕਿਤਾਬ ਦੇ 14 ਅਧਿਆਇ ਨੂੰ ਇੱਕ ਵਾਰੀ ਖੋਲਾਂਗੇ। ਰਸੂਲਾਂ ਦੇ ਕਿਤਾਬ ਉਸ ਦਾ 14 ਅਧਿਆਇ। ਇੱਥੇ ਪੌਲਸ ਅਤੇ ਬਰਨਬਾਸ ਦੀ ਗੱਲ ਹੈ। ਇੱਥੇ ਜਿਹੜਾ 8ਵਾਂ ਵਚਨ ਦੱਸਦਾ ਹੈ, 14 ਅਧਿਆਇ ਦਾ 8ਵਾਂ ਵਚਨ ਦੱਸਦਾ ਹੈ ਕਿ ਲੁਸਤਰਾ ਦੇ ਵਿੱਚ ਇੱਕ ਜਿਹੜਾ ਮਨੁੱਖ ਪੈਰਾਂ ਤੋਂ ਨਿਰਬਲ ਸੀਗਾ, ਉਹ ਯਿਸੂ ਮਸੀਹ ਦੇ ਨਾਮ ਵਿੱਚ ਜਿਹੜਾ ਉਹ ਲੰਘਾ ਸੀ, ਉਹ ਚੰਗਾ ਹੋ ਗਿਆ। ਜਦੋਂ ਲੰਘਾ ਉਹ ਚੰਗਾ ਹੋ ਗਿਆ ਤੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ, ਜਦੋਂ ਪ੍ਰਭੂ ਦੇ ਦਾਸ ਨੂੰ ਆਗਿਆ ਕੀਤੀ, ਉੱਠ ਗਿਆ, ਉਛਲ ਗਿਆ, ਖੜਾ ਹੋ ਗਿਆ। ਲੋਕ ਇਕੱਠੇ ਹੋ ਕੇ ਕਹਿਣ ਲੱਗੇ, 11 ਵਜੇ ਤੋਂ ਲਿਖਿਆ, ਤਦ ਉਹਨਾਂ ਲੋਕਾਂ ਨੇ ਜੋ ਪੌਲਸ ਨੇ ਕੀਤਾ ਸੀ ਵੇਖਿਆ, ਤਦ ਉਹ ਲੁਕਾਉਨੀਆਂ ਦੀ ਬੋਲੀ ਵਿੱਚ ਉੱਚੀ ਆਵਾਜ਼ ਨਾਲ ਆਖਣ ਲੱਗੇ ਵੀ ਦਿਓਤੇ ਮਾਨਸ ਰੂਪ ਧਾਰ ਕੇ ਸਾਡੇ ਕੋਲ ਉਤਰੇ ਹਨ। ਅਤੇ ਉਹਨਾਂ ਨੇ ਬਰਨਬਾਸ ਦਾ ਨਾਮ ਦਿਓਸ ਅਤੇ ਪੌਲਸ ਦਾ ਨਾਮ ਹਰਮੇਸ ਰੱਖਿਆ, ਇਸ ਲਈ ਜੋ ਇਹ ਵਚਨ ਕਰਨ ਵਿੱਚ ਆਗੂ ਸੀ। ਦਿਓਸ ਦਾ ਮੰਦਰ ਨਗਰ ਦੇ ਸਾਹਮਣੇ ਸੀ ਅਤੇ ਉਹਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਫਾਟਕਾਂ ਕੋਲ ਲਿਆ ਕੇ ਚਾਹੁੰਦਾ ਸੀ, ਜੋ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ। ਪਰ ਜਾਂ ਬਰਨਬਾਸ ਔਰ ਪੌਲਸ ਰਸੂਲਾਂ ਨੇ ਇਹ ਸੁਣਿਆ ਤਾਂ ਲੀੜੇ ਪਾੜੇ ਅਤੇ ਲੋਕਾਂ ਦੇ ਵਿੱਚ ਬਾਹਰ ਨੂੰ ਦੌੜੇ ਅਤੇ ਇਹ ਪੁਕਾਰ ਕੇ ਕਹਿਣ ਲੱਗੇ ਕਿ ਇਹ ਪੁਰਖੋ, ਤੁਸੀਂ ਇਹ ਕਾਹਨੂੰ ਕਰਦੇ ਹੋ? ਅਸੀਂ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਵੀ ਇਹਨਾਂ ਬਿਰਤੀਆਂ ਗੱਲਾਂ ਤੋਂ ਲਾਂਭੇ ਹੋ ਕੇ ਜਿਉਂਦੇ ਪਰਮੇਸ਼ਰ ਦੀ ਵੱਲ ਮੁੜੋ, ਜਿਹਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸਭੋ ਕੁਝ ਜੋ ਉਹਦੇ ਵਿੱਚ ਹੈ ਬਣਾਇਆ। ਉਸਨੇ ਅਗਲਿਆਂ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ, ਤਾਂ ਵੀ ਉਹਨੇ ਆਪ ਨੂੰ ਬਿਨਾਂ ਸਾਖੀ ਨਾ ਰੱਖਿਆ। ਇਸ ਲਈ ਜੋ ਉਹਨੇ ਭਲਾ ਕੀਤਾ ਔਰ ਆਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਦੇ ਕੇ ਤੁਹਾਡਿਆਂ ਮਨਾਂ ਨੂੰ ਆਹਾਰ ਅਤੇ ਆਨੰਦ ਨਾਲ ਭਰਪੂਰ ਕੀਤਾ। ਇਹ ਗੱਲਾਂ ਕਹਿ ਕੇ ਉਹਨਾਂ ਨੇ ਮਸਾਂ
ਲੋਕਾਂ ਨੂੰ ਹਟਾਇਆ ਜੋ ਉਹਨਾਂ ਦੇ ਅੱਗੇ ਬਲੀਦਾਨ ਨਾ ਕਰਨ। ਪ੍ਰਭੂ ਦੀ ਸਤੁਤੀ ਹੋਵੇ। ਇੱਥੇ ਹੁਣ ਪੌਲਸ ਅਤੇ ਬਰਨਬਾਸ ਯਿਸੂ ਮਸੀਹ ਦੇ ਨਾਮ ਵਿੱਚ ਉਪਦੇਸ਼ ਦੇ ਰਹੇ, ਖੁਸ਼ਖਬਰੀ ਸੁਣਾ ਰਹੇ ਆ। ਜਮਾਤ ਨੂੰ ਲੰਘੇ ਨੂੰ ਆਗਿਆ ਕੀਤੀ ਲੁਸਤਰਾ ਦੇ ਵਿੱਚ, ਉਹ ਇੱਕਦਮ ਖੜਾ ਹੋ ਗਿਆ। ਅਤੇ ਜਿਹੜੇ ਉੱਥੋਂ ਦੇ ਲੋਕ ਆ ਉਹ ਕਹਿੰਦੇ ਦੇਵਤੇ ਬੰਦਿਆਂ ਦਾ ਰੂਪ ਧਾਰਨ ਕਰਕੇ ਸਾਡੇ ਵਿੱਚ ਆ ਗਏ। ਤਾਂ ਜੇ ਤਾਂ ਮੇਰੇ ਤੇਰੇ ਵਰਗੇ ਹੁੰਦੇ ਤਾਂ ਉਹਨੇ ਕਹਿਣਾ ਸੀ ਲੈ ਵੀ ਬਹੁਤ ਵਧੀਆ, ਪੂਰੀ ਪ੍ਰਸ਼ੰਸਾ ਹੋ ਰਹੀ ਹੈ, ਪੂਰੀ ਮਾਣ ਮਹਿਮਾ ਮਿਲ ਰਹੀ ਹੈ। ਨਹੀਂ, ਉਹ ਨਹੀਂ ਸੀ ਇੱਦਾਂ ਦੇ। ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਚੇਲੇ ਸੀਗੇ। ਉਹ ਯਿਸੂ ਮਸੀਹ ਵਾਂਗੂ ਚੱਲਣ ਵਾਲੇ ਚੇਲੇ ਸੀਗੇ। ਉਹ ਅੱਜ ਬਦਲ ਗਿਆ ਸਾਡਾ ਬਹੁਤ ਕੁਛ। ਅਸੀਂ ਬਦਲ ਗਏ ਹਾਂ। ਅਸੀਂ ਮਾਣ ਮਹਿਮਾ ਲੱਭਦੇ ਹਾਂ। ਅਗਰ ਸਾਡੀ ਕੋਈ ਮਾਣ ਮਹਿਮਾ ਨਹੀਂ ਕਰਦਾ, ਅਸੀਂ ਉਹਨਾਂ ਨਾਲ ਲੜਦੇ ਹਾਂ। ਪ੍ਰਭੂ ਨੇ ਕਿਹਾ ਤੁਰੀਆਂ ਨਾ ਵਜਾਇਓ ਆਪਣੇ ਮੋਹਰੇ। ਅਸੀਂ ਤੁਰੀਆਂ ਵਜਵਾਉਣ ਲੱਗ ਪਏ ਹਾਂ। ਪ੍ਰਭੂ ਨੇ ਕਿਹਾ ਅਸੀਂ ਆਪਣਾ ਨਾਮ ਨਾ ਕਰਿਓ, ਆਪਣਾ ਨਾਮ ਕਰਨ ਲੱਗ ਗਏ ਹਾਂ। ਪ੍ਰਭੂ ਨੇ ਕਿਹਾ ਆਪਣੀ ਵਡਿਆਈ ਨਾ ਕਰਿਓ, ਆਪਣੀ ਵਡਿਆਈ ਕਰਾਉਣ ਲੱਗ ਗਏ ਹਾਂ। बिगड़ गए हैं, समझ जाओ बिगड़ गए हैं। सही हो जाओ, सही हो जाओ। अगर किसी का नाम ठीक ढंग नाल ना सैकटरी साहब तो उचारिया जाए तो बंदा रुस जाता, रुस जाता। क्यों रुसदा? क्योंकि मान लभदा, वड्याई लभदा। देखो इन्हां दे नाम जिहड़े आ वो देवतियां दे नाम ते रखते उन्होंने। दियोस अते हरमेस उन्होंने देवतियां दे नाम सी। उन्होंने इन्हों के नाम रखते, जिदा दनियल उन्होंने नाम नहीं बदल दिते सी। बाबल वालिया ने इन्हों के नाम बदल दिते। उन्होंने इन्हों वो नाम दे रहे, अपने देवतियां के नाम दे रहे आ। वो कहते आ वो साडे मंदिर विच असीं तुहाडे अगे बलिदान करना है, तुसीं तां देवते हैं। उन्हें समझाया, नहीं समझे। आखिर उन्होंने अपने कपड़े पाड़ ले सारिਆਂ ਦੇ सामने। जो सारे सामने अपने कपड़े पाड़ ले तो फिर उन्होंने क्या ਤੁਸੀਂ ਇਹ ਪੁਰਖੋ ਇਹ ਕਾਹਨੂੰ ਕਰਦੇ ਆ? ਅਸੀਂ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਂਦੇ ਹਾਂ। ਉਹ ਕਹਿੰਦੇ ਅਸੀਂ ਇਸ ਲਾਇਕ ਨਹੀਂ ਹੈਗੇ। ਉਹ ਕਹਿੰਦੇ ਅਸੀਂ ਇਸ ਲਾਇਕ ਨਹੀਂ ਹੈਗੇ ਕਿ ਤੁਸੀਂ ਸਾਡੇ ਫੁੱਲਾਂ ਦੇ ਹਾਰ ਪਾਓ ਅਤੇ ਸਾਡੇ ਮੂਹਰੇ ਬਲੀਦਾਨ ਦਿਓ। ਅਸੀਂ ਇਸ ਲਾਇਕ ਨਹੀਂ ਹੈਗੇ। ਅੱਜ ਬਾਜੇ ਵਜਾਏ ਜਾ ਰਹੇ ਮੂਹਰੇ, तुरियां बजाइयां जा रही, कपड़े बिछाए जा रहे, फुल सुटे जा रहे, फुलों के हार पाए जा रहे। की है ये? कलीसिया गड़बड़ी च पई हुई कलीसिया, महिमा लभण वाली कलीसिया, यीशु की महिमा करने वाली कलीसिया नहीं, अपनी महिमा भालन वाली कलीसिया बन गई। अपनी महिमा पालन वाली कलीसिया। अज अगर किसी को यह गल कहो वो कहते जलते आ। देखो जो 10 चेले सी ना, वो दो तो जलते नहीं सी। उन्होंने इदा लगा कि डिसऑर्डर पैदा हो गया, डिसऑर्डर पैदा हो गया, मतलब सिस्टम च खराबी है। उन्होंने इदा लगा सिस्टम खराब हो गया। जलते नहीं सी, जलन नहीं सी उन्हां च, ईर्खा नहीं सी। पर गल यह है कि डिसऑर्डर हो गया। मसीह की देह में डिसऑर्डर नहीं होना चाहिए, उथल पुथल नहीं होनी चाहिए। मसीह की देह में हर चीज़ ऑर्डर नाल होनी चाहिए। ऑर्डर का मतलब तरतीब नाल होनी चाहिए। इसलिए अज बेनती है, हर मसीही दूसरे मसीही का आदर करे, हर मसीही दूसरे मसीही नूं प्यार करे, हर मसीही दूसरे मसीही नूं अपने विचों आशीष देवे, ना कि सारे अपने वलों खिंची जाओ। इस करके ईमानदारी देखो इन्हां परमेश्वर के बंदियां दी, उन्होंने इन्नी महिमा जिहड़ी मिलदी मिलदी रोक दी। अज मैं तुहाडे अगे बेनती करदा इस माध्यम के द्वारा, अज जिस भी कल्चर तो आए हैं, अज कल्चर का मतलब सभ्याचार हुंदा, मनुखों के जीवन जीण के तरीके नूं सभ्याचार कहा जाता है। असी ਵੱਖ-ਵੱਖ कल्चरस के विचों आए, ਵੱਖ-ਵੱਖ सभ्याचारों के विचों आए। जिस भी सभ्याचार के विचों असीं आए हैं ना, वो सिस्टम लै आए हैं असीं नाल मसीहत दे विच। वो नहीं लेना चाहिए सीगा।
नहीं लियाना चाहिए सीगा। सिस्टम उत्थे छड्ड दे, कल्ले ही आंदे मसीह च। प्रभु ने अब्राहम नूं कहा छड्ड दे इत्ते सारा समान, तेरे प्यो का घर भी छड्ड दे, इहदा देश भी छड्ड दे, इहदा समान भी छड्ड दे, इत्ते तू आ जा मेरे मगर कल्ला ही। पर असीं करते इस सिस्टम नाल लैके आउंदे, असीं कहंदे असीं उत्थे तां इदां लोकां दी प्रशंसा करदे हुंदे सी, इत्थे भी इदां ही प्रशंसा करांगे। इत्थे उत्थे इदां लोकां दी वाह वाह करदे हुंदे सी, इत्थे भी इदां ही करांगे। इदां उत्थे साडी वाह वाह हुंदी सी, इत्थे भी इदां ही होऊगी। असीं उत्थे करता धरता सीगे, इत्थे भी करता धरता ही रवांगे। नाले ले आंदा सब कुछ, नाले ले आंदा। याद करो याकूब की पत्नी ले आई सी समान उत्थों अपना, मर गई बाउंड्री ते। समझ जाओ, छड्ड दो समान पुराना, छड्ड दो। अगर नहीं छड्डिया तो भुगतना पैना नतीजा। इसलिए अज बहुत सारे लोगों के अंदर एक भावना पैदा हो गई है, असीं श्रोमणी बन जाइए, सब तो उच्चे बन जाइए। एक तो एक बंदा कहता मैं श्रोमणी बन जावां, एक चार बंदे इकट्ठे हो कहते आपां श्रोमणी बन जाते हैं। ये नहीं ठीक है। श्रोमणी केवल यीशु मसीह है। बहुत सारे लोग कहते हैं तू जिहड़े पवित्र आत्मा लोग चलने वाले लोग आ, तुहाडे च एका तां है नहीं। देखो गल सुनो, बेनती करदा तुहाडे अगे, जिहड़े तुसीं ये गल कहंदे आ, प्रभु ने सारा संसार जितना, सारे संसार दे विच अपने लोग भेजने आ। जे सारे इकट्ठे होकर एको जगह ते बैठ जाणगे तो सारे संसार में कित्थों जाणगे फिर। इस करके यरूशलेम की कलीसिया ते सताव आया, यरूशलेम की कलीसिया विखंडित हुई, आले दुआले भजी, जिथे जिथे कलीसिया गई उत्थे उत्थे नवीं कलीसियावां बन गई। रसूल नहीं सी गए पहला बार, कलीसिया ही गई सी, कलीसिया नाल ही कलीसिया बन गई सी। सताव आया तो गई सी। जे एको जगह सारे इकट्ठे होई जाते तो यरूशलेम ही होना ही, सारे यरूशलेम की यात्रा करनी पैनी सी। पर खुदा का यह प्लैन नहीं है। खुदा का प्लैन यह आ कि जिथे तू जावेगा मैं तेरे संग होवांगा। ये गल यही है। इसलिए प्रभु ने कहा धरती के शोर तक जाओ, धरती के बन्नियां तक जाओ, तुसीं मेरी गवाही दो। इसलिए आओ प्रभु के इस बचन को समझ जाओ, प्रभु के इस बचन को समझ जाओ। जिहड़ी गल प्रभु समझाना चाहता इस गल को समझ जाओ कि तुसीं यीशु मसीह के नाम में जित जाओ। ये गल आपां रसूलां दे किताब के 3 अध्याय चों सीखांगे। रसूलां दे किताब उसका 3 अध्याय, उसका असीं 12 वचन पढ़ते हैं। 3 अध्याय 12 वचन। इत्थे भी लंगा चंगा होया। जदों इत्थे एक लंगा व्यक्ति चंगा हो गया तो इत्थे प्रभु का वचन दसदा है, 12 वचन दसदा है, जदों ये चमत्कार हो गया तो बहुत सारी उत्थे अफड़ा तफड़ी मच गई। और उस वक्त 12 वचन दसदा है, ये वेख के पतरस ने लोगों को अगों आख्या कि इसराइलियो, इस मनुख उत्ते तुसीं क्यों अचरज मनदे हो अते साडी वल इउं काहनूं तक रहे हो भी जाणीदा असीं अपनी समर्था जां भगती नाल इहनूं तुरन दी शक्ति दित्ती। अब्राहम अते इसहाक अते याकूब दे परमेश्वर ने अर्थात साडे प्यो दादियां दे परमेश्वर ने अपने सेवक यीशु की वडियाई कीती, जिहनूं तुसां हवाले कीता अते पिलातुस दे सामणे उस तो इनकार किया जां उहनूं छड्ड देण दी दलील कीती। देखो पतरस बड़ी साफ भाषा में कहण दिया, तुसीं साडे वाल इन्नी हैरानी नाल काले देखदे। लोग देखते सी, वाह इन्ना जबरदस्त पतरस, यूहन्ना इन्ना जबरदस्त, इन्नियां इन्हां दी गल्लां तां पूरियां होण लग गईयां सारियां गल्लां, ये तो बन गए सब कुछ ऑल एंड ऑल। वो मतलब बड़े हैरानी नाल देख रहे थे उन्होंने वाल। जो हैरानी नाल उन्होंने वाल देख रहे थे, उस वक्त पतरस ने उन्होंने कहा तो इन्नी हैरानी नाल साडे वाल काले देखते हैं। वो जी गल आ, कहता किते असीं अपनी शक्ति या भगती नाल नहीं इन्हूं चंगा कीता, असीं अपनी शक्ति या भगती नाल इहनूं चंगा नहीं कीता, तुरन दी शक्ति अपनी शक्ति भगती नाल नहीं दित्ती। वो कहता यीशु मसीह नासरी ने इहनूं चंगा कीता। इसलिए इस गल नूं समझो, क्या जदों भी तुहाडी प्रार्थना पूरी होंदी है तो हर व्यक्ति तुहाडे वाल इदां देखदा, उहनूं लगदा भी ये प्रभु यही आ भी, पर नहीं, असीं उहनूं दसना है, उहनूं दसना है कि मैं तेरे वर्गा ही हाँ,
मैं तेरे वर्गे पुट्ठे सिद्धे काम करता ही, पर हुण मैं तौबा कर ली है, हुण मैं विश्वास कर लिया, हुण मैं यीशु मसीह की मर्जी पूरी करदा तो यीशु मसीह ते विश्वास करदा, मैं यीशु मसीह के नाम में बोलदा, वो पूरा करी जांदा। ये तुसीं दसना है, होर किसी नहीं दसना आगे। इसलिए अज बेनती इस गल समझ जाओ, यीशु मसीह के शक्तिशाली नाम विच अज इस गल समझ जाओ कि जिहड़ी प्रभु की महिमा है वो प्रभु नूं मिले। और इहदे लई की होना जरूरी है, इहदे लई बड़ी जरूरी गल आ कि तुसीं अपने आप नूं हलीम करना। पौलुस अपनी एक गल करदा, 1 कुरिन्थियां 4 अध्याय नूं खोलांगे एक बारी, 1 कुरिन्थियां 4 अध्याय उसका 13 वचन। 1 कुरिन्थियां 4 अध्याय 13 वचन पढ़ते हैं। इत्थे प्रभु का वचन ये दसदा जो पौलुस ने अपने बारे कहा, जां साडी निंदिया करते हैं तो असीं बेनती करते हैं, असीं हुण तिकर जगत के कूड़े वर्गे अते सबना अवस्था के झाड़न बने हुए हैं। वो कहते लोग साडी निंदिया करते हैं ना, असीं बेनती करते हैं, कहते असीं इस जगत के विच कूड़े वर्गे अते सारी अवस्था के झाड़न बने हैं। झाड़न मतलब चीज़ां झाड़ते हैं, जिदा कट्टा निकल वो आ कहता सुट देंगे, कहते लोग सब थ्रो अवे करते। इसलिए बेनती इस गल समझो, ये जिंदगी रसूलों ने जी है, उस तो पहले जिंदगी यीशु ने जी है। ये जिंदगी कलीसिया की असली जिंदगी है कि जमीन ते महिमा नहीं भालनी। जिहड़ा व्यक्ति जमीन ते महिमा भालदा आ, आसमान दे विच महिमा की उड़ीक ना करे, नहीं मिलनी, क्योंकि ले ली इत्थे तुसीं। यीशु मसीह ने कहा अमीर बंदे नूं याद कर, तू अपने जींदे जी सारियां चंगियां चीज़ां पा चुका। आ लाज़र नूं कोई चंगी चीज़ नहीं मिली कहता। इसलिए अज बेनती इस गल समझ जाओ, यीशु मसीह के सामर्थी नाम विच जद तक असीं जमीन ते रहना, असीं एक दास का जीवन जीना, एक नौकर का जीवन जीना, एक टहलूए का जीवन जीना, एक हलीमी का जीवन जीना, एक नरमाई का नीवेपन का जीवन जीना। और प्रभु तुहानूं उत्थों चुक लूगा और अपनी बारगाह तक उठा लो। अगर ये नहीं तो किते गड़बड़ी च ना पै जियो। इसलिए तौबा करो। अगर कोई घमंडी आ, अगर कोई अपने लिए वड्याई लभदा है, अगर कोई सोभा लभदा है, अगर कोई महिमा भालदा है, तो तौबा करे, पाप आ। इनू ये सारी कुछ भालना पाप आ। छड़ दो इस चीज़। प्रभु की कहता टहलूए बन जाओ। जो टहलूए बन जाओगे परमेश्वर तुहानूं सब कुछ दे दूगा। पर जे टहलूए ना बने तो फिर मुश्किल आ। टहलूए का मतलब नौकर आ, दास आ। इसलिए अज बेनती है, आओ प्रभु यीशु मसीह के सामर्थी नाम विच मुड़िए। अपने सारे घुमंड तो, अपने सारे अंकार तो, स्वाभिमान तो, सारे प्रकार दी गलत धारणावां तो अपने आप को नीवा करिए। यीशु मसीह के सामर्थी नाम विच मौत तक आग्याकार बनने के लिए और नीमा नम्रता वाला जीवन जीवन के लिए आओ समर्पित करिए प्रभु की हजूरी विच। जीसस पावर, जीसस पावर, जीसस पावर, जीसस पावर, जीसस पावर। सर्वशक्तिमान परमेश्वर यीशु मसीह नाम सीधे जिंदा नाम में तेरी हजूरी में झुकते हैं। प्रभु असी इकरार करते हैं कि तेरे विच आके भी असी महिमा लभदे रहे। प्रभु क्षमा करी, प्रभु जी क्षमा करी। महिमा तो तेरी करनी सी, पर अपनी लभदे रहे, अपनी महिमा कराते रहे। एक गलत सी प्रभु, एक गलत है, पर पश्चाताप करते हैं प्रभु इस गल तो। और खुदा हम प्रार्थना करते हैं ऐसी बख्शिश कर कि सदा तेरी महिमा करिए। अपनी महिमा ना भालिए प्रभु, बल्कि तेरी महिमा करिए और एक दास वाला जीवन जी सकिए, एक नौकर वाला जीवन जी सकिए, एक हलीमी वाला जीवन जी सकिए, नरमाई वाला जीवन जी सकिए, तेरी महिमा वाला जीवन जी सकिए। परमेश्वर धन्यवाद, 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 धन्यवाद। ऐ खुदावन जिन्ने भैन भरा इस माध्यम द्वारा जुड़े हुए परमेश्वर, सब दे अंदर तेरा आत्मा काम करे, सब में तेरा स्पिरिट काम करे, होली स्पिरिट 100% काम करे प्रभु। सबनों परिवर्तित कर दो परमेश्वर। घमंडियां नूं नहीं मैं करो परमेश्वर, वो पत्थरों नूं पिघलाओ परमेश्वर। ओ लॉर्ड जीसस प्रभु, कलीसिया डिसऑर्डर ना पैदा होवे, बेतरतीबापन ना पैदा हो जाए, बल्कि सब कुछ सही बिच बदल जाए परमेश्वर, सब कुछ सही बिच बदल जाए। तेरी कलीसिया सिस्टमेटिकली तरतीब बार अगे बढ़े, हर एक दूसरे का मान सम्मान करने वाला बने, हर एक दूसरे को पुश करने वाला, अगे तोड़ने वाला, उच्चा चुकने वाला।
ਧੰਨਵਾਦ ਧੰਨਵਾਦ ਧੰਨਵਾਦ। ਇਹਦਾ ਤੂੰ ਆਪਣੇ ਨੂੰ ਨੀਵਾਂ ਕਰਕੇ ਸਾਨੂੰ ਉੱਚਾ ਚੁੱਕ ਦਿੱਤਾ ਪ੍ਰਭੂ, ਅਸੀਂ ਵੀ ਇਦਾਂ ਹੀ ਕਰ ਸਕੀਏ। ਐਸੀ ਕਿਰਪਾ ਕਿਰਪਾ ਹੋ ਕਿਰਪਾ ਹੋ ਕਿਰਪਾ ਹੋ ਕਿਰਪਾ ਹੋ। ਪ੍ਰਭੂ ਸਭ ਦੇ ਨਾਲ ਹੋਣਾ, ਸਭ ਦੇ ਅੰਦਰ ਤੇਰਾ ਆਤਮਾ ਇਦਾਂ ਹੀ ਕੰਮ ਕਰੇ, ਸਭ ਨੂੰ ਬਿਲਡ ਕਰ ਦੋ ਹਮੇਸ਼ਾ ਇਦਾਂ ਹੀ। ਧੰਨਵਾਦ 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 ਧੰਨਵਾਦ। ਇਹ ਸਾਰੀਆਂ ਦੁਆ ਬੇਨਤੀਆਂ ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਧੰਨਵਾਦ ਸਹਿਤ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ। ਖੁਦਾਵੰਦ ਦਾ ਜਲਾਲ ਸਦਾ ਤੁਹਾਡੇ ਨਾਲ ਬਣਿਆ ਰਹੇ।